Park Jali, special show like in every Monday, 6 to 7, with Sardar Iqbal Deep Singh, immigration specialist. बड़ा पॉपुलर शो, बड़े लोग देखते हैं, बड़े फायदेमंद हैगा। स्पैशली हुण काफ़ी बेशक ऑफिस बंद है ने, होम ऑफिस वगैरह ते पासपोर्ट ऑफिस वगैरह, लेकिन द लॉट ऑफ थिंग हैपनिंग थ्रू द सिस्टम ਦੇ ਵਿੱਚ जो ਵਕੀਲ ਹੈਗੇ ਉਹਨਾਂ ਨੂੰ ਅਪ ਟੂ ਡੇਟ ਆਉਂਦੀ ਰਹਿੰਦੀ ਹੈ। ਅਸੀਂ ਉਹ ਤੁਹਾਡੇ ਪਾਸ ਲੈ ਕੇ ਆ ਰਹੇ ਹਾਂ। ਮੈਂ ਟਾਈਮ ਨਾ ਜ਼ਾਇਆ ਕਰਦੇ ਹੋਰ ਆਪਣੇ ਇਕਬਾਲਦੀਪ ਸਾਹਿਬ ਨਾਲ ਗੱਲ ਕਰਦੇ ਹਾਂ। ਭਾਜੀ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਲ ਸਾਹਿਬ ਕੀ ਹਾਲ, ਠੀਕ ਠਾਕ ਤੁਸੀਂ? ਭਾਜੀ ਥੈਂਕ ਯੂ ਸੋ ਮਚ। ਦੇਖੋ lockdown, the world is standstill, but the show has to go on. The show has to go on. ਬੜੀ ਵੱਡੀ ਗੱਲ ਹੈ, ਅਕਾਲ ਚਲਾਣੇ ਦੀ ਬੜੀ ਦੇਣ ਹੈ, ਤੁਹਾਡੇ ਲੋਕਾਂ ਦੀ ਬੜੀ ਦੇਣ ਹੈ ਜੋ ਤੁਸੀਂ ਆਪਣਾ ਟਾਈਮ ਕੱਢ ਕੇ। 2 ਲੋਕਡਾਊਨ ਹੈਗਾ, ਲੇਕਿਨ ਅਸੀਂ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਲੋਕਾਂ ਤੱਕ ਅਸੀਂ ਪਹੁੰਚਾ ਰਹੇ ਹਾਂ। ਜੀ ਜੀ, ਸਾਡਾ ਤੇ ਜੋ ਅਸੀਂ ਸਾਡੀ ਡਿਊਟੀ ਲਾਈ ਹੈ ਤੇ ਅਸੀਂ ਉਹ ਤੇ ਪੂਰੀ ਕਰਦੇ ਰਹਿਣਾ ਹੈ, ਜਿੱਥੇ ਤੱਕ ਸਾਡੀ ਇਨਫੋਰਮੇਸ਼ਨ ਜਾ ਸਕੇ ਲੋਕਾਂ ਨੂੰ, ਜਿੱਦਾਂ ਆਪਣੀ ਕਮਿਊਨਿਟੀ ਦੇ ਵਿੱਚ ਸਪਰੈਡ ਹੋ ਸਕੇ। ਜਿਹੜੀ ਨਵੀਂ ਅਪਡੇਟ ਹੈਗੀ ਆ ਉਹ ਤੇ ਸਾਡੀ ਡਿਊਟੀ ਬਣਦੀ ਹੈ ਲੋਕਾਂ ਤੱਕ ਇਨਫੋਰਮੇਸ਼ਨ ਦੇਣੀ, ਵੀ ਲੋਕੀ ਸਹੀ ਤਰੀਕੇ ਦੇ ਉੱਤੇ, ਸਹੀ ਟਾਈਮ ਦੇ ਉੱਤੇ ਉਸ ਇਨਫੋਰਮੇਸ਼ਨ ਦਾ ਇਸਤੇਮਾਲ ਕਰਕੇ ਆਪਣੀ ਲਾਈਫ ਨੂੰ ਸਹੀ ਕਰ ਸਕਣ। ਬਿਲਕੁਲ, ਦੇਖੋ ਇਹ ਕਿਸੇ ਚੀਜ਼ ਦਾ ਨੁਕਸਾਨ ਹੁੰਦਾ, ਉਹਦਾ ਫਾਇਦਾ ਵੀ ਹੁੰਦਾ। ਹੁਣ ਤੁਸੀਂ ਲੋਕਡਾਊਨ ਹੈਗੇ, ਪਹਿਲਾਂ ਤਾਂ ਬਿਮਾਰੀ ਦਾ ਫਾਇਦਾ ਹੋਏਗਾ ਕਿ ਤੁਹਾਡੇ ਘਰ ਬਿਮਾਰੀ ਨਹੀਂ ਆ ਸਕਦੀ ਵੰਸ਼ ਲੋਕਡਾਊਨ। ਇਹ ਕੋਈ ਦੂਸਰਾ ਮੁੱਦਾ ਹੈ ਤੇ ਅਸੀਂ ਬਾਅਦ ਚ ਗੱਲ ਕਰਾਂਗੇ। ਇਹ ਇਮੀਗ੍ਰੇਸ਼ਨ ਦਾ ਹੈਗਾ। ਹੁਣ ਲੋਕਡਾਊਨ ਕਰਕੇ ਕਿਉਂਕਿ ਆਫਿਸਿਸ ਬੰਦ ਹੈਗੇ ਨੇ, ਪਾਸਪੋਰਟ ਆਫਿਸ, ਹੋਮ ਆਫਿਸ, ਬੜਾ ਟਾਈਮ ਹੈਗਾ ਤੁਹਾਡੇ ਪਾਸ। ਇਹ ਪ੍ਰੋਗਰਾਮ ਦੇਖ ਕੇ ਆਪਣਾ ਪ੍ਰੋਪਰ ਪਲਾਨ ਕਰੋ ਵਕੀਲਾਂ ਦੇ ਨਾਲ, ਜਿਹਦੇ ਵੀ ਥਰੂ ਤੁਸੀਂ ਕਰਨਾ ਚਾਹੁੰਦੇ ਹੋ। ਗੈਟ ਯੂ ਐਪਲੀਕੇਸ਼ਨ ਰੈਡੀ, ਬੰਡਲ ਬਣਾ ਕੇ, ਤਾਂ ਕਿ ਜਦੋਂ ਲੋਕਡਾਊਨ ਖੁੱਲੇ ਤੇ ਤੁਹਾਡੀ ਐਪਲੀਕੇਸ਼ਨ ਫਸਟ ਹੋਮ ਆਫਿਸ ਪਈ ਹੋਵੇ ਵਿਦਆਊਟ ਵੇਸਟਿੰਗ ਐਨੀ ਟਾਈਮ। ਐਂਡ ਉਹ ਵੀ ਦੇਖਣਗੇ ਕਿ ਹਾਂ ਬੰਦਾ ਰਿਸਪੌਂਸਿਬਲ ਹੈ, ਬੰਦਾ ਟਾਈਮ ਨਹੀਂ ਵੇਸਟ ਕਰਦਾ ਕਿ ਇਹਨੇ ਛੁੱਟੀਆਂ ਦੇ ਦਰਮਿਆਨ ਜਦੋਂ ਲੋਕਡਾਊਨ से अपनी ਪ੍ਰੈਪਰੇਸ਼ਨ ਕੀਤੀ ਹੈ ਵਕੀਲ ਦੇ ਥਰੂ। ਇਕਬਾਲਦੀਪ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਲੋਕਡਾਊਨ ਕਰਕੇ। ਮੈਂ ਜੇ ਨੋਰਮਲ ਲੋਕਾਂ ਦੀ ਗੱਲ ਕਰਾਂ, ਜਿਹੜੇ ਬ੍ਰਿਟਿਸ਼ ਸਬਜੈਕਟ ਹੈਗੇ ਆ, ਗਵਰਨਮੈਂਟ ਨੇ ਉਹਨਾਂ ਨੂੰ ਫੰਡਿੰਗ ਕਰਦੇ ਨੇ, ਵੇਜਿਸ ਵਗੈਰਾ, ਤਾਂ ਕਿ ਦੇ ਡੋਂਟ ਲੂਜ਼ ਆਊਟ 100% ਬਾਈ ਸਟੇਇੰਗ ਐਟ ਹੋਮ। ਹੁਣ ਮੈਂ ਤੁਹਾਡੇ ਪਾਸ ਜਿਹੜੇ ਬੈਨੀਫਿਟ ਦੀ ਗੱਲ ਕਰਨੀ ਹੈ, ਸਪੈਸ਼ਲੀ 2 ਕੈਟੇਗਰੀ ਆਉਂਦੀਆਂ। ਇੱਕ ਹੈਗਾ ਜਿਹੜਾ 10 ਸਾਲ ਦਾ ਰੂਟ ਹੈਗਾ, ਹਾਂਜੀ, ਇੱਕ ਜਿਹੜਾ 5 ਸਾਲ ਦਾ। ਇਹਨਾਂ ਦੀ ਮੈਨੂੰ ਦੱਸੋ ਕੌਣ ਬੈਨੀਫਿਟ ਕਲੇਮ ਕਰ ਸਕਦਾ, ਕਿਸ ਤਰ੍ਹਾਂ ਕਰ ਸਕਦਾ? ਦੇਖੋ, ਜਿਹੜੇ ਨੋਰਮਲੀ ਜਦੋਂ ਕਿਸੇ ਵੀ ਬੰਦੇ ਨੂੰ ਤੇ ਸਬਜੈਕਟ ਨੂੰ ਜਦੋਂ ਇੱਥੇ ਵੀਜ਼ਾ ਗ੍ਰਾਂਟ ਕੀਤਾ ਜਾਂਦਾ ਹੈ, ਉਹਦੀ ਕੰਡੀਸ਼ਨ ਹੁੰਦੀ ਹੈ ਨੋ ਰਿਕੋਰਸ ਟੂ ਪਬਲਿਕ ਫੰਡ। ਇਹਦਾ ਮਤਲਬ ਹੈ ਵੀ ਤੁਸੀਂ ਬੈਨੀਫਿਟ ਨਹੀਂ ਕਲੇਮ ਕਰ ਸਕਦੇ ਯੂਨਾਈਟਿਡ ਕਿੰਗਡਮ ਦੇ ਵਿੱਚ, ਕਿਉਂਕਿ ਤੁਸੀਂ ਐਜ਼ ਅ ਵੀਜ਼ਾ ਹੋਲਡਰ ਹੈਗੇ ਹੋ। ਤੁਸੀਂ ਇੱਥੇ ਇੰਡੈਫੀਨਿਟ ਲੀਵ ਟੂ ਰਿਮੇਨ ਤੁਹਾਡੇ ਕੋਲ ਹੈਗੀ, ਨਾ ਤੁਹਾਡੇ ਕੋਲ ਬ੍ਰਿਟਿਸ਼ ਸਿਟੀਜ਼ਨਸ਼ਿਪ ਹੈਗੀ, ਜਿਹੜੀ ਕਿ ਤੁਹਾਨੂੰ ਇੰਟਾਈਟਲ ਕਰਦੀ ਹੈਗੀ ਵੀ ਤੁਸੀਂ ਬੈਨੀਫਿਟ ਕਲੇਮ ਕਰ ਸਕਦੇ ਹੋ। ਪਰ ਰੀਸੈਂਟਲੀ ਲਾਸਟ ਮੰਥ ਜਦੋਂ ਪੈਂਡੇਮਿਕ ਸ਼ੁਰੂ ਹੋਈ ਆ, ਇਹਦੇ ਵਿੱਚ ਚੇਂਜਿਸ ਆਈ ਹੈਗੀ ਆ। ਜਿਹੜੀ ਇੱਥੇ ਦੀ ਜਿਹੜੀ ਹੋਮ ਆਫਿਸ ਹੈਗੀ ਆ, ਉਹਨੇ ਇੱਕ ਜਿਹੜੀ ਨੋ ਰਿਕਾਰਡ ਟੂ ਪਬਲਿਕ ਫੰਡਸ ਜਿਹੜੀ ਕੰਡੀਸ਼ਨ ਹੈਗੀ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਤੁਸੀਂ ਜੇ ਤੁਸੀਂ ਡੈਸਟੀਟਿਊਟ ਤੋਂ ਮਤਲਬ ਵੀ ਤੁਸੀਂ ਜੇ ਤੁਹਾਡੀ ਸਰਕਮਸਟੈਂਸਿਸ, ਫਾਈਨੈਂਸ਼ੀਅਲ ਸਰਕਮਸਟੈਂਸਿਸ ਤੁਹਾਡੇ ਬੜੇ ਡੈਸਟੀਟਿਊਟ ਨੇ ਹੈਗੇ, ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ, ਨੋ ਇਨਕਮ ਔਰ ਵੈਰੀ ਲੋ ਇਨਕਮ ਹੈਗੇ ਆ, ਤੁਹਾਡੇ ਕੋਲ ਕੋਈ ਵੀ ਤੁਹਾਡੇ ਕੋਲ ਏਦਾਂ ਤੁਹਾਡੀ ਕੰਡੀਸ਼ਨ ਹੈਗੀ, ਤੁਹਾਡੇ ਕੋਲ ਨਿਆਣਾ ਹੈਗਾ ਜਿਹੜੀ ਵੈਲਫੇਅਰ ਸਟੇਕ ਤੇ ਆ, ਜਿਹੜੀ ਵੈਲਫੇਅਰ ਜਿਹੜੀ ਹੈਗੀ ਬੱਚੇ ਦੀ ਵੈਲਫੇਅਰ ਜਿਹੜੀ ਹੈਗੀ ਆ, ਉਹ ਤੁਹਾਨੂੰ ਆਪਣਾ ਉਹਨੂੰ ਇੰਪੈਕਟ ਹੋ ਰਿਹਾ ਆ। ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਐਪਲੀਕੇਸ਼ਨ ਕਰ ਸਕਦੇ ਹੈਗੇ ਹੋ ਵੀ ਅਸੀਂ ਤੁਹਾਡੀ ਜਿਹੜੀ ਕੰਡੀਸ਼ਨ ਲਾਈ ਹੈਗੀ ਵੀਜ਼ੇ ਦੀ ਵਿਦ ਨੋ ਰਿਕਾਰਡ ਟੂ ਪਬਲਿਕ ਫੰਡ, ਮਤਲਬ ਤੁਸੀਂ ਬੈਨੀਫਿਟਸ ਨਹੀਂ ਕਲੇਮ ਕਰ ਸਕਦੇ ਯੂਨਾਈਟਿਡ ਕਿੰਗਡਮ ਦੇ ਵਿੱਚ ਐਜ਼ ਅ ਵੀਜ਼ਾ ਹੋਲਡਰ, ਜਿੰਨੇ ਤੱਕ ਤੁਹਾਨੂੰ ਇੰਡੈਫਿਨਿਟ ਲੀਵ ਟੂ ਰਿਮੇਨ ਨਹੀਂ ਮਿਲਦੀ ਹੈਗੀ। ਤੁਸੀਂ ਉਸ ਕੰਡੀਸ਼ਨ ਨੂੰ ਚੇਂਜ ਕਰਾਉਣ ਵਾਸਤੇ ਤੁਸੀਂ ਸਾਨੂੰ ਐਪਲੀਕੇਸ਼ਨ ਦੇ ਸਕਦੇ ਹੈਗੇ ਹੋ। ਉਹ ਅੱਛਾ। ਹਾਂਜੀ, ਹਾਂ। ਤੇ ਬੇਸਿਕਲੀ ਕੋਈ ਸੇਵਿੰਗ ਵਗੈਰਾ ਨਹੀਂ ਹੋਣੀ ਚਾਹੀਦੀ, ਉਹਨਾਂ ਦੀ ਕੋਈ ਕੰਡੀਸ਼ਨ ਹੋਏਗੀ ਨਾ? ਉਹਦੇ ਵਿੱਚ ਉਹਨਾਂ ਨੇ ਵਰਡ ਯੂਜ਼ ਕੀਤਾ ਡੈਸਟੀਟਿਊਟ। ਠੀਕ ਹੈ। ਡੈਸਟੀਟਿਊਟ ਦਾ ਮਤਲਬ ਇਹ ਹੁੰਦਾ ਹੈ ਵੀ ਬੰਦੇ ਕੋਲ ਰੋਟੀ ਪਾਣੀ ਖਾਣ ਨੂੰ ਪੈਸੇ ਨਹੀਂ ਹੈਗੇ, ਉਹ ਕੰਮ ਨਹੀਂ ਕਰਦਾ ਹੈਗਾ, ਉਸ ਕੋਲ ਕੋਈ ਉਹਦਾ ਸਾਧਨ ਨਹੀਂ ਹੈਗਾ ਉਹਦਾ ਕੰਮ ਕਰਨੇ ਨੂੰ, ਤੇ ਜਿਹਦੇ ਥਰੂ ਉਹਨੂੰ ਇਨਕਮ ਆ ਰਹੀ ਹੈਗੀ ਆ। ਫੋਰ ਐਗਜ਼ਾਮਪਲ, ਮੈਂ ਐਜ਼ ਅ ਐਗਜ਼ਾਮਪਲ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਇਹ ਗੱਲ ਦੱਸਣ ਲੱਗਾ। ਇਹ ਨਹੀਂ ਹੈਗਾ ਵੀ ਇੱਕੋ ਐਗਜ਼ਾਮਪਲ, ਇੱਦਾਂ ਦੇ ਕਿੰਨੇ ਐਗਜ਼ਾਮਪਲ ਹੋ ਸਕਦੇ ਆ। ਫੋਰ ਐਗਜ਼ਾਮਪਲ, ਕੋਈ ਸਿੰਗਲ ਮਦਰ ਹੋ ਸਕਦੀ ਆ, ਸਿੰਗਲ ਮਦਰ ਹੋ ਸਕਦੀ ਆ, ਉਹਦਾ ਜਿੱਦਾਂ ਉਹਦਾ ਕੰਮ ਰੁਕ ਗਿਆ ਹੈਗਾ ਜਾਂ ਉਹ ਕੰਮ ਨਹੀਂ ਕਰਦੀ ਹੈਗੀ, ਤੇ ਉਹਦੇ ਜੋ ਕਮਾਉਂਦੀ ਸੀ ਉਹੀ ਉਹ ਖਵਾਉਂਦੀ ਸੀ ਉਹਦੇ ਨਿਆਣੇ ਨੂੰ, ਜਿਹੜਾ ਕੋਈ ਨਿਆਣਾ ਹੋ ਸਕਦਾ ਇੱਕ ਜਾਂ ਦੋ ਨਿਆਣੇ ਹੋ ਸਕਦੇ ਆ। ਉਹਦੀ ਸਰਕਮਸਟੈਂਸਿਸ ਐਜ਼ ਅ ਪੈਂਡੇਮਿਕ ਕਰਕੇ ਉਹਦੇ ਚੇਂਜ ਹੋ ਗਿਆ ਵੀ ਉਹਦੀ ਜੌਬ ਤਾਂ ਚੱਲ ਗਈ ਹੈਗੀ ਆ, ਤੇ ਉਹ ਕਰੋਨਾ ਵਾਇਰਸ ਜੌਬ ਰਿਟੈਂਸ਼ਨ ਸਕੀਮ ਦੇ ਉੱਤੇ ਅਸੀਂ ਬਾਅਦ ਚ ਆਉਂਦੇ ਹਾਂ, ਪਰ ਉਹਦੇ ਵਿੱਚ ਨਹੀਂ ਤੇ ਆਉਂਦੀ ਹੈਗੀ, ਤੇ ਉਹ ਆਪਣੇ ਜਿਹੜੀ ਵੀਜ਼ਾ ਜਿਹੜੀ ਕੰਡੀਸ਼ਨ ਜਿਹੜੀ ਹੈਗੀ ਆ ਉਹਨੂੰ ਚੇਂਜ ਕਰਾਉਣ ਵਾਸਤੇ ਦੀ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਉਹਨੂੰ ਉਹ ਐਪਲੀਕੇਸ਼ਨ ਦੇ ਸਕਦੀ ਹੈਗੀ ਆ ਵੀ ਮੈਨੂੰ ਅਪਲਾਈ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਬੈਨੀਫਿਟ।
ਉਹਨੂੰ ਕਹਿੰਦੇ ਹੈਗੇ ਚੇਂਜ ਆਫ ਕੰਡੀਸ਼ਨ। ਅੱਛਾ। ਉਹਦੇ ਵਿੱਚ ਹਾਂਜੀ ਇਹਦੇ ਵੀ ਉਹਨਾਂ ਨੇ ਜਿੱਦਾਂ ਦੋ ਰਸਤੇ ਹੈਗੇ ਆ ਇਹਦੇ ਵਿੱਚ ਵੀ ਜੇ ਫੋਰ ਐਗਜ਼ਾਮਪਲ ਉਹ ਜਿਹੜਾ ਵੀ ਐਪਲੀਕੈਂਟ ਜਿਹੜਾ ਹੈਗਾ ਉਹ ਫੋਰ ਐਗਜ਼ਾਮਪਲ 10 ਇਅਰਸ ਰੂਟ ਦੇ ਉੱਤੇ ਹੈ। 10 ਇਅਰਸ ਤੋਂ ਮਤਲਬ 2.5 ਸਾਲ ਦਾ 4 ਵਾਰੀ ਉਹਨਾਂ ਨੂੰ ਵੀਜ਼ਾ ਮਿਲਣਾ ਹੈਗਾ ਤੇ ਫਿਰ ਉਹਨਾਂ ਨੂੰ ਇੰਡੈਫੀਨਿਟਲੀ ਟੂ ਰਿਮੇਨ ਇੱਥੇ ਮਿਲਣੀ ਹੁੰਦੀ ਆ। ਓਕੇ, ਤੇ ਜੇ ਉਹ ਉਸ ਕੈਟਾਗਰੀ ਦੇ ਵਿੱਚ ਹੈਗੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ, ਤੁਸੀਂ ਯੂ ਕੈਰੀ ਔਨ, ਤੁਸੀਂ ਅਪਲਾਈ ਕਰੋ ਉਹਨੂੰ, ਤੁਸੀਂ ਕੋਈ ਗੱਲ ਨਹੀਂ। ਪਰ ਜੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਆਲਰੇਡੀ ਕੋਈ ਜਿਹੜਾ ਵੀ ਵੀਜ਼ਾ ਹੋਲਡਰ ਹੈਗਾ ਉਹਨੂੰ ਅੰਡਰ 5 ਇਅਰਸ ਰੂਟ ਦੇ ਵਿੱਚ ਜੇ ਉਹਨੂੰ ਵੀਜ਼ਾ ਮਿਲਿਆ ਆ 5 ਇਅਰਸ ਰੂਟ ਤੋਂ ਮਤਲਬ ਕਈ ਐਪਲੀਕੇਸ਼ਨਸ ਦੇ ਵਿੱਚ ਜਦੋਂ ਅਪਰੂਵ ਕੀਤੇ ਜਾਂਦੀਆਂ ਉਦੋਂ ਹੋਮ ਆਫਿਸ ਇਹ ਕਹਿੰਦਾ ਹੈਗਾ ਵੀ ਤੁਸੀਂ 10 ਇਅਰਸ ਕੰਪਲੀਟ ਕਰਨੇ ਆ ਤੇ ਫਿਰ ਤੁਹਾਨੂੰ ਅਸੀਂ ਇੰਡੈਫੀਨਿਟ ਰਿਮੇਨ ਦੇਣੀ ਆ। ਪਰ ਕਈ ਕੈਟਾਗਰੀਜ਼ ਦੇ ਵਿੱਚ ਹੋਮ ਆਫਿਸ ਇਹ ਕਹਿੰਦਾ ਹੈਗਾ ਵੀ ਤੁਸੀਂ 5 ਇਅਰਸ ਕੰਪਲੀਟ ਕਰਨੇ ਹੈਗੇ ਇੱਥੇ ਡਿਪੈਂਡਿੰਗ ਔਨ ਤੁਹਾਡੇ ਸਰਕਮਸਟੈਂਸਸ ਕੀ ਹੈਗੇ ਆ ਤੇ ਤੁਸੀਂ 5 ਇਅਰਸ ਕੰਪਲੀਟ ਕਰਕੇ ਤੁਸੀਂ ਫਿਰ ਜਾ ਕੇ ਤੁਸੀਂ 5 ਇਅਰਸ ਕੰਪਲੀਟ ਕਰਕੇ ਤੁਸੀਂ ਫਿਰ ਜਾ ਕੇ ਤੁਸੀਂ ਇੰਡੈਫੀਨਿਟਲੀ ਰਿਮੇਨ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਬੰਦਾ 5 ਇਅਰਸ ਰੂਟ ਦੇ ਅੰਦਰ ਹੈਗਾ ਓਕੇ 5 ਇਅਰਸ ਰੂਟ ਦੇ ਅੰਦਰ ਜਿਹੜਾ ਬੰਦਾ ਹੈਗਾ ਜੇ ਉਹ ਜੇ ਆਪਣਾ ਐਪਲੀਕੇਸ਼ਨ ਦਿੰਦਾ ਹੈਗਾ ਆ ਜਿਹੜਾ ਕਿ ਇੱਥੇ ਰਹਿਣ ਵਾਸਤੇ ਇੱਥੇ ਬੈਨੀਫਿਟ ਕਲੇਮ ਕਰਨ ਵਾਸਤੇ ਤੇ ਉਹਦਾ ਉਹ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ 5 ਇਅਰਸ ਰੂਟ ਤੋਂ ਬਾਹਰ ਕੱਢ ਕੇ ਅਸੀਂ ਤੁਹਾਨੂੰ 10 ਇਅਰਸ ਰੂਟ ਦੇ ਅੰਦਰ ਲੈ ਜਾਣਾ ਆ। ਓਕੇ ਹਾਂਜੀ, ਉਹਦਾ ਐਗਜ਼ਾਮਪਲ ਤੁਹਾਨੂੰ ਮੈਂ ਛੋਟਾ ਜਿੰਨਾ ਹੁਣ ਜੇ ਫੋਰ ਐਗਜ਼ਾਮਪਲ ਕੋਈ ਬੰਦਾ ਹੈਗਾ ਉਹਨੂੰ 5 ਇਅਰਸ ਰੂਟ ਦੇ ਅੰਦਰ ਵੀਜ਼ਾ ਮਿਲਿਆ ਆ ਤੇ ਉਹਨੇ ਆਲਰੇਡੀ 3 ਸਾਲ ਉਹਨੇ ਸਪੈਂਡ ਕਰ ਲਏ ਹੈਗੇ ਆ ਉਹਦੇ ਵਿੱਚ 5 ਇਅਰਸ ਰੂਟ ਦੇ ਅੰਦਰ ਤੇ ਉਹਨੂੰ 2 ਸਾਲ ਬਾਅਦ ਉਹਨੂੰ ILR ਮਿਲਣੀ ਹੈਗੀ ਇੰਡੈਫੀਨਿਟ ਰਿਮੇਨ ਜਿਹੜੀ ਮਿਲਣੀ ਹੈਗੀ ਆ। ਫੋਰ ਐਗਜ਼ਾਮਪਲ ਜੇ ਇਸ ਕੰਡੀਸ਼ਨ ਤੇ ਉਹ ਹੁੰਦਾ ਤੇ ਜੇ ਉਹ ਇਸ ਟਾਈਮ ਦੇ ਵਿੱਚ ਪੈਂਡੇਮਿਕ ਕਰਕੇ ਜੇ ਹੋਮ ਆਫਿਸ ਨੂੰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਵੀ ਮੈਨੂੰ ਬੈਨੀਫਿਟਸ ਕਲੇਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਤੇ ਫਿਰ ਉਹ ਜਿਹੜੀ ਇਮੀਗ੍ਰੇਸ਼ਨ ਹੋਵੇ ਇਹ ਕਹਿੰਦੀ ਵੀ ਅਸੀਂ ਤੁਹਾਨੂੰ ਮੂਵ ਕਰ ਦੇਣਾ ਹੈਗਾ ਆ 5 ਇਅਰਸ ਰੂਟ ਟੂ 10 ਇਅਰਸ ਰੂਟ। ਇਹ ਮੈਂ ਸਮਝ ਗਿਆ ਤੁਹਾਡੀ ਗੱਲ। ਜਿਹੜਾ 10 ਰੂਟ ਦਾ ਉਹਨੂੰ ਤਾਂ ਫਰਕ ਨਹੀਂ ਪੈਂਦਾ ਖਾਸ ਨਹੀਂ, ਉਹਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਆਲਰੇਡੀ 10 ਇਅਰਸ ਰੂਟ ਦੇ ਉੱਤੇ ਹੈਗੇ ਆ। ਜੇ ਕਲੇਮ ਵੀ ਕਰਦੇ ਹੈਗੇ ਆ ਤੇ ਉਹ ਆਲਰੇਡੀ ਜੇ ਉਹਨਾਂ ਨੂੰ ਚੇਂਜ ਵੀ ਕਰਤਾ ਜਾਂਦਾ ਆ ਤੇ ਉਹ 10 ਸਾਲ ਬਾਅਦ ਇੱਥੇ ਉਦਾਂ ਹੀ ਕਾਨੂੰਨ ਹੈਗਾ ਵੀ ਜੇ 10 ਇਅਰਸ ਲੀਗਲੀ ਇੱਥੇ ਸਟੇ ਕਰਦੇ ਹੈਗੇ ਆ ਤੇ ਤੁਹਾਨੂੰ ਉਹਨਾਂ ਨੇ ਆਟੋਮੈਟਿਕਲੀ ਤੁਹਾਨੂੰ ਇੰਡੈਫੀਨਿਟ ਲੀਵ ਟੂ ਰਿਮੇਨ ਦੇਣੀ ਹੈ। ਅੱਛਾ, ਲੈਟ ਮੀ ਗੈਟ ਦਿਸ ਰਾਈਟ ਨਾਓ। ਜਿਹੜੇ 5 ਸਾਲ ਦੇ ਉੱਪਰ ਹੈਗੇ ਨੇ ਵੀਜ਼ਾ ਦੇ ਉੱਪਰ ਸਪੋਜ਼ ਉਹਨਾਂ ਨੂੰ 3 ਸਾਲ ਕੰਪਲੀਟ ਹੋ ਗਏ, ਉਹਨਾਂ ਦੇ 2 ਸਾਲ ਹੀ ਰਹਿੰਦੇ ਨੇ ਹੁਣ ਤੇ ਉਹਨਾਂ ਨੇ ਹੁਣ ਕਲੇਮ ਕਰਨੀ ਬੈਨੀਫਿਟ ਤੇ ਤੁਸੀਂ ਮੈਨੂੰ ਸਮਝਾਇਆ ਐਂਡ ਪਲੀਜ਼ ਟੈਲ ਮੀ ਮੈਂ ਜੇ ਅੰਡਰਸਟੈਂਡ ਕੀਤਾ ਪ੍ਰੋਪਰ ਤਾਂ ਕਿ ਆਪਣੇ ਲੋਕ ਵੀ ਸਮਝ ਜਾਣ। ਸੋ ਹੋਮ ਆਫਿਸ ਵੀ ਕੰਡੀਸ਼ਨ ਲਗਾਉਂਦੀ ਹੈ ਕਿ ਹਾਂ ਤੁਸੀਂ ਕਰ ਸਕਦੇ ਹੋ ਕਲੇਮ ਪਰ ਤੁਹਾਨੂੰ 5 ਸਾਲ ਦੀ ਅੱਛਾ ਤੁਹਾਨੂੰ 10 ਸਾਲ ਦੇ ਰੂਟ ਚ ਪਾ ਦਾਂਗੇ। ਇਹ ਬੜਾ ਇੰਪੋਰਟੈਂਟ ਸਵਾਲ ਹੈਗਾ, ਇਹ ਤੁਹਾਨੂੰ ਬਹੁਤ ਅੰਡਰਸਟੈਂਡ ਕਰਨਾ ਪੈਣਾ ਬਈ ਜੇ ਉਹ ਹੋਮ ਆਫਿਸ ਇਹ ਕਹਿੰਦੀ ਆ ਵੀ ਤੁਹਾਨੂੰ ਅਸੀਂ 10 ਇਅਰਸ 5 ਇਅਰਸ ਰੂਟ ਤੋਂ ਮੋਰ ਕੱਢ ਕੇ ਤੁਹਾਨੂੰ ਅਸੀਂ ਮੂਵ ਕਰ ਦੇਣਾ 10 ਇਅਰਸ ਰੂਟ ਦੇ ਵਿੱਚ। ਇਹਦਾ ਮਤਲਬ ਇਹ ਆ ਵੀ ਜਿਹੜਾ ਤੁਹਾਨੂੰ ਇੰਡੈਫੀਨਿਟਲੀ ਟੂ ਰਿਮੇਨ ਜਿਹੜੀ ਤੁਹਾਨੂੰ ਕਿ 2 ਸਾਲ ਮਗਰੋਂ ਮਿਲਣੀ ਸੀਗੀ ਉਹ ਤੁਹਾਨੂੰ ਹੁਣ ਜਦੋਂ ਹੁਣ ਤੁਹਾਨੂੰ 10 ਇਅਰਸ ਤੁਸੀਂ ਤੁਹਾਨੂੰ ਜਾ ਕੇ ਤੁਹਾਨੂੰ ਚਿਰ ਬਾਅਦ ਜਾ ਕੇ 10 ਸਾਲ ਪੂਰੇ ਕਰਕੇ ਮਿਲਣੀ ਹੈ ਤੁਹਾਨੂੰ। हाँ मैं समझ गया, ठीक है, लेकिन आप हौली हौली जरा अच्छी तरह लोगों को एक्सप्लेन कराइए। मैं जरा टेलीफोन नंबर दसदा जे तुसीं कॉल करो प्लीज़, शो दे विच नहीं बाद विच तुसीं कॉल कर सकते हो। कॉल लॉग इन्हां नूं ਦਿੱਤੀ ਜਾਏਗੀ 0121 551 1001 ਜੋ ਸਕਰੀਨ ਉੱਪਰ ਹੈਗਾ। ਤੁਸੀਂ ਪਲੀਜ਼ ਕਾਲ ਕਰਕੇ ਜੋ ਵੀ ਸਵਾਲ ਪੁੱਛਣੇ ਜਾਂ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਹੋ। ਡੂ ਕੀਪ ਕਾਲਿੰਗ ਇਨ। ਭਾਜੀ ਹੁਣੇ ਮੈਨੂੰ ਸਮਝ ਪੈ ਗਈ ਜਿਹੜੇ 5 ਸਾਲ ਦੇ ਰੂਟ 'ਚ 3 ਸਾਲ ਹੋ ਗਏ ਉਹਨੂੰ 10 ਸਾਲ ਦੇ ਰੂਟ 'ਚ ਕਨਵਰਟ ਕਰ ਦੇਣਗੇ ਲੇਕਿਨ ਬੈਨੀਫਿਟ ਮਿਲਣੀ ਸ਼ੁਰੂ ਹੋ ਜਾਏਗੀ। ਹਾਂਜੀ, ਬੈਨੀਫਿਟ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਹਾਂ, ਪਰ ਹੁਣ ਜਿਹੜਾ ਇੰਡੀਵਿਜੂਅਲ ਬੰਦਾ ਹੈਗਾ ਉਹਨੂੰ ਤੁਹਾਡੀ ਕੀ ਐਡਵਾਈਸ, ਉਹਨੂੰ ਕੀ ਫਾਇਦਾ ਲੈ ਲੈਣੀ ਚਾਹੀਦੀ ਬੈਨੀਫਿਟ ਕਿ ਨਹੀਂ ਲੈਣੀ ਚਾਹੀਦੀ? ਦੇਖੋ ਇਹਦੇ ਬਾਰੇ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਵੀ ਕਿਸੇ ਦੇ ਕਿਹੜੇ ਸਰਕਮਸਟੈਂਸਸ ਆ, ਕਿਹਦੇ ਘਰ ਦੀ ਕੰਡੀਸ਼ਨ ਕੀ ਹੈਗੀ ਆ। ਜੇ ਤੁਸੀਂ ਵਾਕਿਆ ਨੀਡ ਤੁਹਾਨੂੰ ਬਹੁਤ ਜ਼ਿਆਦਾ ਆ ਵੀ ਤੁਹਾਨੂੰ ਨਹੀਂ ਕਰਦਾ ਪਿਆ, ਜੇ ਕੋਸ਼ਿਸ਼ ਕਰੋ ਜੇ ਤੁਸੀਂ 10 ਸਾਲ ਤੱਕ ਜੇ ਤੁਸੀਂ 5 ਇਅਰਸ ਰੂਟ ਦੇ ਉੱਤੇ ਹੈਗੇ ਹੋ ਤੁਹਾਨੂੰ 10 ਸਾਲ ਤੁਸੀਂ ਕੰਪਲੀਟ ਕੀਤੇ ਆ ਆਬਵੀਅਸਲੀ ਤੁਹਾਨੂੰ ਆਫਟਰ 2 ਇਅਰਸ ਤੁਹਾਨੂੰ ਉਹ ਇੰਡੈਫੀਨਿਟ ਰਿਮੇਨ ਤੇ ਮਿਲਣੀ ਹੈਗੀ ਆ। ਤੇ ਜੇ ਤੁਹਾਡੇ ਕੋਲ ਸਰਦਾ ਹੈਗਾ ਤੇ ਜੇ ਤੁਹਾਨੂੰ ਕੋਸ਼ਿਸ਼ ਕਰੋ ਜੇ ਤੁਹਾਡਾ ਸਰਦਾ ਤੁਸੀਂ 2 ਸਾਲ ਕੱਢਣ ਦੀ ਕੋਸ਼ਿਸ਼ ਕਰੋ ਵੀ ਤੁਹਾਨੂੰ 10-25 ਸਾਲੀ ਇੱਥੇ ਪਰਮਾਨੈਂਟ ਸਟੇ ਮਿਲ ਜਾਵੇ। ਅਦਰਵਾਈਜ਼ ਜੇ ਤੁਸੀਂ ਨਹੀਂ ਤੁਹਾਡਾ ਸਰਦਾ ਹੈਗਾ ਤਾਂ ਫਿਰ ਤੁਹਾਨੂੰ ਕਲੇਮ ਕਰਨੇ ਪੈਣੇ। ਉਹਦੇ ਵਿੱਚ ਕੰਡੀਸ਼ਨ ਇਹ ਹੈ ਵੀ ਤੁਹਾਨੂੰ ਉਹਨਾਂ ਨੇ ਮੂਵ ਕਰ ਦੇਣਾ ਹੈਗਾ 10 ਸਾਲ ਵਾਲੇ ਰੂਟ ਦੇ ਉੱਤੇ, ਤੁਹਾਨੂੰ 10 ਸਾਲ ਵਾਲੇ ਰੂਟ ਤੇ ਪਾ ਦੇਣਾ ਵੀ ਤੁਹਾਨੂੰ 2 ਸਾਲ ਬਾਅਦ ਸਟੇ ਨਹੀਂ ਮਿਲਣੀ ਪੱਕੀ ਇੱਥੇ। ਪਰ ਆਮ ਟ੍ਰਾਈਂਗ ਟੂ ਅੰਡਰਸਟੈਂਡ ਨਾਓ ਅਗਰ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਖਰਾਬ ਹੈਗੀ ਹੈ
ਉਹਨਾਂ ਨੂੰ ਲੱਗਦਾ ਕਿ ਦੇ ਕੈਨ ਕੈਰੀ ਔਨ, ਉਹਨਾਂ ਨੂੰ ਮਦਦ ਚਾਹੀਦੀ, ਬੈਨੀਫਿਟ ਕਲੇਮ ਕਰਨੇ ਚਾਹੀਦੇ ਆ। I personally don't see any harm in that ਕਿ ਕਰ ਲੈਣਾ ਚਾਹੀਦਾ, 10 ਸਾਲ ਦੇ ਰੂਟ ਚਲੇ ਗਿਆ, or they should wait, I don't know, because ਮੈਨੂੰ ਲੱਗਦਾ ਕਿ ਜੇ ਉਹਨਾਂ really hardship ਹੈਗੀ ਤੇ ਕਲੇਮ ਕਰ ਲੈਣ, ਕੋਈ ਖਾਸ ਫਰਕ ਨਹੀਂ ਹੈ। The only difference is 10 ਸਾਲ ਦੇ ਰੂਟ ਇਹ ਜਿਹੜੀ ਹੈਗੀ ਬੰਦੇ ਦੀ ਆਪਣੀ ਇੰਡੀਵਿਜੂਅਲ ਚੋਇਸ ਆ, ਯੂ نو, ਇਹ ਉਹਨੇ ਡਿਸਾਈਡ ਕਰਨਾ। ਉਹ ਸਾਡਾ ਫਰਜ਼ ਹੈਗਾ ਵੀ ਲੋਕਾਂ ਤੇ ਮੋਰੇ ਇਨਫੋਰਮੇਸ਼ਨ ਲੈ ਕੇ ਜਾਣੀ ਵੀ ਆਹ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਕਰ ਸਕਦੀਆਂ ਹੈਗੀਆਂ। ਐਟ ਦੀ ਐਂਡ ਆਫ ਦ ਡੇ ਤੇ ਇਹ ਤਾਂ ਜਿਨ੍ਹਾਂ ਦੀ ਜਿਹਨੇ ਵੀ ਅਪਲਾਈ ਕਰਨਾ ਹੈਗਾ ਉਹਦੀ ਆਪਣੀ ਇੰਡੀਵਿਜੂਅਲ ਚੋਇਸ ਆ ਵੀ ਸਾਡਾ ਫਰਜ਼ ਜੋ ਹੈਗਾ ਅਸੀਂ ਲੋਕਾਂ ਨੂੰ ਰੂਪ ਕਰਾਉਣਾ ਚਾਹੁੰਦੇ ਆ ਵੀ ਆਹ ਕਾਨੂੰਨ ਆ, ਏਦਾਂ ਕਾਨੂੰਨ ਚੱਲਦਾ ਆ, ਤੇ ਇਹ ਤੇ ਬਾਕੀ ਤੇ ਉਹਨਾਂ ਨੇ ਡਿਸੀਜਨ ਕਰਨਾ ਵੀ ਕੀ ਕਰਨਾ ਚਾਹੁੰਦੇ। ਵੈਰੀ ਕਲੀਅਰ। ਮੈਂ ਚਾਹਾਂਗਾ ਮੇਰੇ ਵੀਰ ਨੂੰ ਦੱਸ ਦੇਵਾਂ ਪਲੀਜ਼, ਜਦੋਂ ਵੀ ਤੁਸੀਂ ਘਰ ਬੈਠੇ ਹੋ, ਅਗਰ ਤੁਸੀਂ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਇਫੈਕਟ ਹੁੰਦਾ ਪਿਆ, ਮੈਂ ਸੁਜੈਸਟ ਕਰਾਂਗਾ 1 to 1 ਕਾਲ ਕਰਕੇ ਵਕੀਲ ਸਾਹਿਬ ਨਾਲ ਗੱਲ ਕਰੋ। ਨੰਬਰ ਤੁਹਾਡਾ ਸਕਰੀਨ ਉੱਪਰ ਹੈਗਾ 0121551001 ਦੇ ਉੱਪਰ। ਬਹੁਤ ਇੰਪੋਰਟੈਂਟ ਗੱਲ ਹੈ, ਵਕੀਲ ਸਾਹਿਬ ਨਾਲ ਗੱਲ ਕਰੋ। ਆਲਵੇਜ਼ ਬੈਸਟ ਹੁੰਦਾ ਜੇ ਦੋ ਦਿਮਾਗ ਕੰਮ ਕਰਨਗੇ, ਸਪੈਸ਼ਲੀ ਜਿਹੜਾ ਕੋਈ ਇਮੀਗ੍ਰੇਸ਼ਨ ਪ੍ਰੋਫੈਸ਼ਨਲ ਹੈਗਾ, ਤੁਹਾਨੂੰ ਅੱਛੀ ਐਡਵਾਈਸ ਮਿਲੇਗੀ। ਅਗਰ ਤੁਸੀਂ ਕਲੇਮ ਕਰਨਾ ਚਾਹੁੰਦੇ ਹੋ, ਆਪਣੀ ਸਿਚੁਏਸ਼ਨ ਐਕਸਪਲੇਨ ਕਰੋ, ਗੈਟ ਦ ਬਾਲ ਮੂਵਿੰਗ, ਉਹਨੂੰ ਰੋਲ ਕਰੋ ਤਾਂ ਕਿ ਜੋ ਵੀ ਹੋਣਾ ਹੈ ਤੇ ਇਹਨਾਂ ਦਿਨਾਂ 'ਚ ਤੁਸੀਂ ਕਰ ਸਕੋ। ਬਹੁਤ ਇੰਪੋਰਟੈਂਟ ਹੈਗਾ। ਆਈ ਥਿੰਕ ਇਕਬਾਲਦੀਪ ਜੀ ਦਿਸ ਇਜ਼ ਵੈਰੀ ਕਲੀਅਰ। ਬਾਕੀ ਮੈਂ ਉਮੀਦ ਰੱਖਦਾ ਕਿ ਲੋਕ ਕਾਲ ਕਰਨਗੇ ਜਿਹੜੇ ਇਸ ਕੈਟੇਗਰੀ 'ਚ ਫਾਲ ਹੁੰਦੇ ਨੇ। ਇਨਕੁਆਇਰ ਕਰੋ, ਪਰਸਨਲ ਡਿਸਕਸ ਕਰੋ। ਅਸੀਂ ਜਿਹੜੀਆਂ ਗੱਲਾਂ ਕਰਦੇ ਜਰਾ ਸ਼ਾਰਟ ਕਰਦੇ ਕਿਉਂਕਿ ਟਾਈਮ ਬੜਾ ਘੱਟ ਹੁੰਦਾ, ਇਨ ਡਿਟੇਲ ਨਹੀਂ ਦੱਸਿਆ ਜਾਂਦਾ। ਵਕੀਲ ਸਾਹਿਬ ਤੁਹਾਨੂੰ ਤੁਹਾਡੇ ਸਰਕਮਸਟੈਂਸਿਸ ਤੁਹਾਨੂੰ ਪੁੱਛਣ ਗਏ, ਤੁਹਾਡੀ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ, ਕਿੰਨੀ ਇਨਕਮ ਹੈਗੀ, ਬੱਚਾ ਹੈਗਾ ਨਹੀਂ ਹੈਗਾ, ਸਿੰਗਲ ਪੇਰੈਂਟ ਹੋ। ਇਹ ਅਗਰ ਤੁਸੀਂ 10 ਸਾਲ ਦੇ ਰੂਟ ਵਿੱਚ ਹੈਗੇ ਹੋ, ਇੱਕ ਉਹ ਹੈਗਾ ਇੱਕ ਜੇ ਤੁਸੀਂ 5 ਸਾਲ ਦੇ ਰੂਟ 'ਚ ਹੈਗੇ ਹੋ, ਤੁਸੀਂ 3 ਸਾਲ ਤੁਸੀਂ ਕੰਪਲੀਟ ਕਰ ਰਹੇ, ਬੈਨੀਫਿਟ ਕੰਪਲੇਨ ਕਰਨੇ ਨੇ ਤੁਸੀਂ ਕਲੇਮ, ਉਹ ਤੁਹਾਨੂੰ ਦੇਣਗੇ ਬੈਨੀਫਿਟ, ਲੇਕਿਨ ਤੁਹਾਨੂੰ 10 ਸਾਲ ਦੇ ਰੂਟ 'ਚ ਪਾ ਦੇਣਗੇ। ਮੈਂ ਸ਼ਾਰਟ 'ਚ ਦੱਸਿਆ, ਵਕੀਲ ਸਾਹਿਬ ਨੇ ਬਹੁਤ ਅੱਛੀ ਤਰ੍ਹਾਂ ਸਮਝਾਇਆ, ਤੇ ਪਲੀਜ਼ ਤੁਸੀਂ ਕਾਲ ਕਰਕੇ ਆਪਣਾ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ। ਇਕਬਾਲਦੀਪ ਜੀ ਕੁਝ ਹੋਰ ਕਹਿਣਾ ਇਹਦੇ ਬਾਰੇ ਕਿ ਸ਼ੈਲ ਵੀ ਮੂਵ ਫੋਰਵਰਡ? pretty much cover ਹੋ ਗਿਆ। ਜੇ ਤੁਸੀਂ ਕੁਝ ਕਲੈਰੀਫਾਈ ਕਰਨਾ ਚਾਹੁੰਦੇ ਹੈਗੇ ਤੇ ਮੈਂ ਚਾਹੁੰਦਾ ਵੀ ਤੁਸੀਂ ਜੇ ਕੁਝ ਪੁੱਛਣਾ ਚਾਹੁੰਦੇ ਤਾਂ ਮੈਂ ਕਲੀਅਰ ਕਰ ਸਕਦਾ। ਨਹੀਂ, ਕਾਫੀ ਕਲੀਅਰ ਹੈ, ਬਿਕੋਜ਼ ਥੋੜੇ ਬਹੁਤੇ ਹੋਰ ਆਪਣੇ ਲੋਕਾਂ ਦੇ ਮੈਨੂੰ ਸਵਾਲ ਆਏ ਨੇ, ਉਹ ਪੁੱਛ ਲੈਣੇ ਆ, ਤੇ ਜੇ ਥੋੜਾ ਬਹੁਤਾ ਟਾਈਮ ਹੈ ਇਹਦੇ ਬਾਰੇ ਫਿਰ ਗੱਲਬਾਤ ਕਰ ਲਵਾਂਗੇ ਜੀ। ਭਾਜੀ ਕੋਈ ਬੰਦੇ ਦਾ ਫੋਨ ਹੈਗਾ, ਉਹਦੇ ਪਾਸ 2 ਵੀਜ਼ੇ ਨੇ, ਗੋਟ ਲਾਸਟ ਈਅਰ ਸੈਪਟੰਬਰ 'ਚ ਮਿਲਿਆ ਸੀ 2.5 ਸਾਲ ਦਾ, 10 ਸਾਲ ਦੇ ਰੂਟ ਦੇ ਵਿੱਚ। The other one is Zambrano, 5 ਸਾਲ ਦੀ ਉਹਦੀ ਵੈਲਿਡਿਟੀ ਹੈਗੀ ਹੈ, ਜਿਹੜਾ ਕਿ ਉਹਨਾਂ ਨੂੰ ਜਨਵਰੀ 2020 'ਚ ਮਿਲਿਆ ਹੈਗਾ। Can we apply for NRPF, whatever that means? ਕੀ ਫਰਕ ਹੈ ਉਹਦਾ? No report to public funds, the same ਉਹੀ ਕੁਐਸਚਨ ਆ ਜਾਂਦਾ ਹੈਗਾ ਆ। ਅੱਛਾ, ਉਹ ਸਿਮਿਲਰ ਹੀ ਹੈ। ਹਾਂਜੀ ਹਾਂਜੀ। ਇਹਨਾਂ ਦੇ ਕੀ ਇਹਨਾਂ ਨੂੰ ਕੀ 2 ਵੀਜ਼ੇ ਗ੍ਰਾਂਟ ਹੋਏ ਆ? 2, ਇੱਕ ਹੈਗਾ 2.5 ਸਾਲ ਦਾ, ਜਿਹੜਾ 10 ਸਾਲ ਦਾ, ਉਹੀ 4 ਦਫਾ ਨਹੀਂ ਤੁਸੀਂ ਕਿਹਾ ਸੀਗਾ 2.5 ਸਾਲ ਦਾ, 10 ਸਾਲ ਦਾ ਰੂਟ। ਇਹ ਮੈਨੂੰ ਦੇਖ ਲਓ, ਮੈਨੂੰ ਸਮਝ ਪੈ ਗਈ ਕਾਫੀ ਹੁਣ। ਤੇ 2.5 ਸਾਲ ਦੇ 4 ਦਫਾ 10 ਸਾਲ ਦਾ ਰੂਟ ਹੈਗਾ, ਤੇ ਦੂਸਰਾ ਹੈਗਾ ਜ਼ੈਂਬ੍ਰਾਨੋ 5 ਸਾਲ ਦਾ, ਜਿਹੜਾ ਵੈਲਿਡਿਟੀ ਹੈ ਉਹਦੀ। ਹਾਂਜੀ, ਪਰ ਇੱਕ ਬੰਦੇ ਨੂੰ ਦੋ ਵੀਜ਼ਾ ਨਹੀਂ ਗ੍ਰਾਂਟ ਹੋ ਸਕਦੇ। ਤੇ ਕਿੱਦਾਂ ਫਿਰ? ਇਹ ਸਵਾਲ ਹੈ ਨਾ, ਆਮ ਸ਼ੋਰ ਦਿਸ ਵਾਸ ਦਾ ਕੁਐਸਚਨ। ਇਹ ਜਿਹੜਾ ਦੂਜਾ ਹੈਗਾ ਇਹਨਾਂ ਨੂੰ ਜਨਵਰੀ 2020 ਚ ਮਿਲਿਆ। ਮੈਂ ਵੀ ਸੋਚ ਰਿਹਾ ਸੀ ਹਾਊ ਕੈਨ ਦੈਟ ਬੀ ਪੋਸੀਬਲ? ਇੱਕ ਬੰਦੇ ਨੂੰ 2 ਵੀਜ਼ਾ ਨਹੀਂ ਗ੍ਰਾਂਟ ਹੋ ਸਕਦੇ, ਜਾਂ ਉਹਨਾਂ ਨੇ ਜਦੋਂ ਤੁਹਾਨੂੰ ਸਵਾਲ ਪੁੱਟ ਕੀਤਾ ਇਹਦੇ ਕੋਈ ਨਾ ਕੋਈ ਇਨਫੋਰਮੇਸ਼ਨ ਉਹ ਤੁਹਾਨੂੰ ਸਹੀ ਤਰ੍ਹਾਂ ਨਹੀਂ ਗੱਲ ਕਰ ਸਕੇ ਵੀ ਜੇ ਤਾਂ ਉਹਨਾਂ ਨੂੰ 10 ਇਅਰਸ ਦੇ ਵਿੱਚ ਮਿਲਿਆ ਹੈਗਾ, ਮੈਂ ਰਿਪੀਟ ਕਰਦਾ ਆਪਣੇ ਆਪ ਨੂੰ, ਜਦੋਂ ਉਹਨਾਂ ਨੂੰ 10 ਇਅਰਸ ਦੇ ਵਿੱਚ ਜੇ ਉਹਨਾਂ ਕੋਲ ਹੈਗਾ ਵੀਜ਼ਾ, ਤੇ ਉਹ ਆਬਵੀਅਸਲੀ ਤੁਸੀਂ NRPF ਨੂੰ ਤੁਸੀਂ ਕਰ ਸਕਦੇ ਹੋ, ਰਿਪੋਰਟ ਟੂ ਪਬਲਿਕ ਫੰਡ ਤੁਸੀਂ ਅਫਕੋਰਸ, ਜਾਂ ਜੇ ਤੁਹਾਨੂੰ 10 ਸਾਲ ਦੀ ਸਟੇ ਹੈਗੀ ਇੱਥੇ, ਯੂ ਮੋਰ ਦੈਨ ਵੈਲਕਮ ਟੂ ਅਪਲਾਈ, ਤੁਹਾਨੂੰ ਕੋਈ ਇਫੈਕਟ ਨਹੀਂ ਹੋਊਗਾ। ਬਾਕੀ ਜੇ ਤੁਸੀਂ ਜ਼ਿੰਬਰਾਨੋ ਦੇ ਅੰਦਰ ਤੁਸੀਂ ਹੈਗੇ ਹੋ, ਉਹ ਕੰਪਲੀਟਲੀ ਡਿਫਰੈਂਟ ਸਿਨੈਰੀਓ ਹੈ ਫਿਰ ਉਹ। ਅੱਛਾ, ਉਹ 5 ਸਾਲ ਦਾ ਹੈਗਾ ਨਾ? ਹਾਂਜੀ, ਉਹ 5 ਸਾਲ ਦਾ ਹੈਗਾ। ਹਾਂਜੀ, ਤੇ ਉਹਦਾ ਪਰ ਪਰ ਇੱਕ ਬੰਦੇ ਨੂੰ ਦੋ ਰੂਟ ਦੇ ਵਿੱਚ ਵੀਜ਼ਾ ਨਹੀਂ ਕਦੀ ਗ੍ਰਾਂਟ ਹੋ ਸਕਦਾ। ਇਹ ਕੋਈ ਇੱਥੇ ਕੋਈ ਇਨਫੋਰਮੇਸ਼ਨ ਪੂਰੀ ਨਹੀਂ ਹੈਗੀ ਹੈ। ਚਲੋ ਤੁਸੀਂ ਉਹਨੂੰ ਸੈਪਰੇਟ ਕਰ ਦਿਓ, ਤਾਂ 10 ਸਾਲ ਦਾ ਤੁਸੀਂ ਐਕਸਪਲੇਨ ਕਰ ਦਿੱਤਾ, ਤੇ ਜਿਹੜਾ 5 ਸਾਲ ਦਾ ਹੈਗਾ, ਹਾਂਜੀ, ਉਹਦੇ ਤੇ ਕੀ ਹੁੰਦਾ ਲਾਗੂ ਉਹਦੇ ਉੱਪਰ? ਜ਼ਿੰਬਰਾਨੋ ਦਾ, ਜੇ ਤੁਸੀਂ ਜ਼ਿੰਬਰਾਨੋ ਦਾ ਮਤਲਬ ਇਹ ਹੈਗਾ ਵੀ ਤੁਹਾਨੂੰ ਐਜ਼ ਇੱਥੇ ਸਟੇ ਮਿਲੀ ਹੈਗੀ ਆ, ਐਜ਼ ਅ ਕੇਅਰ, ਤੁਸੀਂ ਕਿਸੇ ਦੇ ਕੇਅਰ ਤੁਸੀਂ ਕਰਨੀ ਹੈਗੀ ਆ ਉਹਨੂੰ ਲੌਂਗ ਟਰਮ, ਐਜ਼ ਤੁਸੀਂ ਪ੍ਰਾਇਮਰੀ ਕੇਅਰ ਹੋ। ਫੋਰ ਐਗਜ਼ਾਮਪਲ ਤੁਹਾਡੀ ਤੁਸੀਂ ਇੱਥੇ ਹੈਗੇ ਹੋ
ਤੇ ਤੁਸੀਂ ਐਜ਼ ਅ ਨੋਨ EU ਨੋਨ EEA ਨੈਸ਼ਨਲ ਹੈਗੇ ਹੋ, ਤੁਹਾਡੀ ਮਦਰ ਜਿਹੜੀ ਜਾਂ ਕੋਈ ਵੀ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ ਜਿਹੜਾ ਤੁਹਾਡਾ ਹੈਗਾ ਉਹ ਬ੍ਰਿਟਿਸ਼ ਨੈਸ਼ਨਲ ਆ ਜਾਂ ਉਹ ਯੂਰੋਪੀਅਨ ਨੈਸ਼ਨਲ ਆ, ਤੇ ਤੁਸੀਂ ਇੱਥੇ ਉਹਦੀ ਤੁਹਾਨੂੰ ਇੱਥੇ ਜ਼ਿੰਬਰਾਨੋ ਦੇ ਅੰਦਰ ਤੁਹਾਨੂੰ ਸਟੇ ਮਿਲੀ ਹੈਗੀ, ਮਤਲਬ ਕਿ ਐਜ਼ ਅ ਪ੍ਰਾਇਮਰੀ ਕੇਅਰ ਆਫ ਬ੍ਰਿਟਿਸ਼ ਸਿਟੀਜ਼ਨ ਐਡਲਟ ਔਰ ਬ੍ਰਿਟਿਸ਼ ਸਿਟੀਜ਼ਨ ਚਾਈਲਡ, ਉਹਨਾਂ ਨੇ 2 ਕੈਟਾਗਰੀਜ਼ ਕੀਤੀਆਂ ਹੋਈਆਂ ਜ਼ਿੰਬਰਾਨੋ ਦੀਆਂ। ਜਾਂ ਤਾਂ ਤੁਸੀਂ ਐਜ਼ ਅ ਪ੍ਰਾਇਮਰੀ ਕੇਅਰ ਕਿਸੇ ਚਾਈਲਡ ਦੇ ਹੋ, ਤੇ ਜਾਂ ਤਾਂ ਤੁਸੀਂ ਪ੍ਰਾਇਮਰੀ ਕੇਅਰ ਕਿਸੇ ਐਡਲਟ ਦੇ ਹੋ ਜਿਹਨੂੰ ਕਿ ਲੌਂਗ ਟਰਮ ਕੇਅਰ ਦੀ ਲੋੜ ਆ, ਉਹ ਕੇਅਰ ਇੱਥੇ ਆਲਟਰਨੇਟਿਵ ਅਵੇਲੇਬਲ ਨਹੀਂ ਹੈਗੀ, ਤੇ ਤੁਹਾਨੂੰ ਉਸ ਕੈਟਾਗਰੀ ਦੇ ਵਿੱਚ ਵੀਜ਼ਾ ਮਿਲਿਆ ਤੁਹਾਨੂੰ 5 ਸਾਲ ਦੀ ਸਟੇ ਮਿਲਦੀ ਹੈਗੀ, ਉਹ ਯੂਰੋਪੀਅਨ ਲਾਅ ਦੇ ਅੰਦਰ ਯੂਰੋਪੀਅਨ ਕਾਨੂੰਨ ਦੇ ਅੰਦਰ ਮਿਲਦੀ ਹੈਗੀ ਆ। ਓਕੇ, ਜੇ ਤੁਹਾਨੂੰ ਉਸ ਕੈਟਾਗਰੀ ਦੇ ਵਿੱਚ ਮਿਲੀ ਹੈਗੀ ਆ ਤੇ ਤੁਸੀਂ ਉਹਨਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੈਗੇ ਵੀ ਜੇ ਤੁਹਾਡੀ ਪਰ ਇਹ ਤੁਹਾਡੀ ਕੰਡੀਸ਼ਨ ਪਰ ਇਹ ਜਿਹੜੀ ਨੋ ਰਿਕੋਰਸ ਟੂ ਪਬਲਿਕ ਫੰਡਸ ਜਿਹੜੇ ਹੈਗੇ ਆ ਇਹ ਉਹਨਾਂ ਵਾਸਤੇ ਹੈ ਜਿਹਨਾਂ ਨੂੰ ਇਮੀਗ੍ਰੇਸ਼ਨ ਰੂਲਸ ਦੇ ਅੰਦਰ ਜਿਹਨਾਂ ਨੂੰ ਵੀਜ਼ਾ ਮਿਲਿਆ। ਇਹ ਜਿਹੜਾ ਜ਼ਿੰਬਰਾਨੋ ਹੈਗਾ ਇਹ ਯੂਰੋਪੀਅਨ ਰੂਲਸ ਦੇ ਅੰਦਰ ਹੈਗਾ ਆ, ਇਹ ਡਿਫਰੈਂਟ ਸਰਕਮਸਟੈਂਸਸ ਆ, ਇਹ ਡਿਫਰੈਂਟ ਹੈ ਬਿਲਕੁਲ ਉਹਦੇ ਤੋਂ। ਓਕੇ, ਜਿਹੜੇ ਉਹਨਾਂ ਨੇ ਕੰਡੀਸ਼ਨ ਸ਼ੁਰੂ ਕੀਤੀ ਹੈਗੀ ਆ। ਅਗੇਨ ਐਜ਼ ਆਈ ਸੈਡ ਪਲੀਜ਼ ਕਾਲ ਕਰੋ, ਤੁਸੀਂ ਆਪੋ ਆਪਣੇ ਸਵਾਲ ਹੈ ਜਿਹੜੇ ਵੀ ਤੁਹਾਨੂੰ ਇਫੈਕਟ ਕਰਦੇ ਆ, ਤੁਹਾਨੂੰ ਪਤਾ ਕਿ ਤੁਹਾਨੂੰ ਜਵਾਬ ਚਾਹੀਦਾ, ਕਿਹੜੀ ਤੁਹਾਨੂੰ ਐਡਵਾਈਸ ਚਾਹੀਦੀ ਹੈ, ਕਾਲ ਕਰਕੇ ਵਕੀਲ ਸਾਹਿਬ ਨਾਲ ਗੱਲ ਕਰੋ। ਇਕਬਾਲਦੀਪ ਜੀ, ਦੂਜਾ ਹੈਗਾ somebody is heading for pre-settlement status ਜ਼ਿੰਬਾਰੋ DR ਕਾਰਡ ਦਾ। ਉਹ ਕਹਿੰਦੇ ਵੀ ਸਾਨੂੰ ਵਰੀ ਹੈਗੀ if we apply to remove NEPF will the home office put us on the 10-year route? ਫਿਰ ਤੁਹਾਨੂੰ ਉਹੀ ਆਪਾਂ ਗੱਲ ਆ ਜਾਂਦੀ ਹੈਗੀ ਜਿਹੜੀ ਇਹਨਾਂ ਨੇ ਜਿਹੜਾ ਕੰਡੀਸ਼ਨ ਜਿਹੜੀ ਲਾਂਚ ਕੀਤੀ ਹੈਗੀ ਆ, ਇਹ ਜਿਹੜੇ ਇਮੀਗ੍ਰੇਸ਼ਨ ਰੂਲਸ ਦੇ ਅੰਦਰ ਜਿਹੜੇ ਬੰਦੇ ਹੈਗੇ ਉਹਨਾਂ ਵਾਸਤੇ ਆ। ਜਿਹੜੀ ਜ਼ਿੰਬਰਾਨੋ ਦਾ ਜਿਹੜਾ ਲਾਅ ਹੈਗਾ ਉਹ ਹੈਗਾ ਯੂਰੋਪੀਅਨ ਰੈਗੂਲੇਸ਼ਨਸ ਦੇ ਅੰਦਰ, ਠੀਕ ਹੈ। ਉਹਦੇ ਵਿੱਚ ਜੇ ਤੁਸੀਂ ਉਹਦੇ ਵਿੱਚ ਉਹਨਾਂ ਨੂੰ ਤੁਸੀਂ ਉਹ ਡਿਫਿਕਲਟ ਬਿਲਕੁਲ ਸੈਪਰੇਟ ਸਰਕਮਸਟੈਂਸਸ ਹੈਗੇ ਆ। ਇਹ ਜਿਹੜੀ ਬੈਨੀਫਿਟ ਜਿਹੜੀ ਸਿਚੁਏਸ਼ਨ ਜਿਹੜੀ ਹੈਗੀ ਨੋ ਰਿਕੋਰਸ ਟੂ ਪਬਲਿਕ ਫੰਡ ਓਨਲੀ ਫॉर द ਐਪਲੀਕੈਂਟਸ ਜਿਹੜੇ ਕਿ ਜਿਹਨਾਂ ਕੋ ਇਮੀਗ੍ਰੇਸ਼ਨ UK ਇਮੀਗ੍ਰੇਸ਼ਨ ਰੂਲਸ ਦੇ ਜਿਹਨਾਂ ਨੂੰ ਇੱਥੇ ਲੀਵ ਟੂ ਰਿਮੇਨ ਇੱਥੇ ਸਟੇ ਮਿਲੀ ਹੈਗੀ ਆ। ਹਾਂਜੀ, ਇਹ ਡਿਫਰੈਂਟ ਇਹ ਕੰਪਲੀਟਲੀ ਡਿਫਰੈਂਟ ਸਿਨੈਰੀਓਜ਼ ਨੇ ਦੋਨੇ। ਤੇ ਉਹਨਾਂ ਨੂੰ ਜੇ ਉਹ 10 ਈਅਰ ਰੂਟ ਚ ਪਾ ਸਕਦੇ ਨੇ, ਕੀ ਹੋ ਸਕਦਾ ਉਹਦਾ ਸਾਹਿਬ? ਉਹਦਾ 10 ਸਾਲ ਦਾ ਰੂਟ ਕੋਈ ਹੈ ਹੀ ਨਹੀਂ, ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਅੱਛਾ, ਜਿਹੜੇ ਯੂਰੋਪੀਅਨ ਦੇ ਅੰਦਰ ਹੁੰਦੇ ਹੈਗੇ ਆ ਉਹ ਵਿਦ 5 ਇਅਰਸ। ਓਕੇ। ਹਾਂਜੀ, ਉਹ 10 ਇਅਰਸ ਰੂਟ ਤੇ ਨਹੀਂ ਜਾਂਦੇ ਹੈਗੇ। ਜਿਹੜੇ ਯੂਰੋਪੀਅਨ ਰੈਗੂਲੇਸ਼ਨਸ ਦੇ ਜਿਹਨਾਂ ਨੂੰ ਸਟੇ ਮਿਲੀ ਹੈਗੀ ਹੈ, ਯੂਰੋਪੀਅਨ ਟ੍ਰੀਟੀ ਰਾਈਟਸ ਦੇ ਅੰਦਰ ਜਿਹਨਾਂ ਨੂੰ ਸਟੇ ਮਿਲੀ ਹੈਗੀ ਹੈ, ਜਿਹੜੀ ਰੈਗੂਲੇਸ਼ਨ 2016 ਦੇ ਅੰਦਰ ਸਟੇ ਮਿਲੀ ਉਹ ਦੇ ਆਰ ਆਲਮੋਸਟ ਗੋਇੰ ਟੂ ਬੀ 5 ਇਅਰਸ। ਤੇ ਜੇ ਤੁਹਾਨੂੰ ਜ਼ਿੰਬਰਾਨੋ ਦੇ ਅੰਦਰ ਵੀ ਤੁਹਾਨੂੰ ਸਟੇ ਮਿਲੀ ਹੈਗੀ ਹੈ ਤੇ ਦੈਟਸ ਆਲਵੇਸ ਗੋਇੰ ਟੂ ਬੀ 5 ਇਅਰਸ। ਉਹਨਾਂ ਦਾ ਚੇਂਜ ਨਹੀਂ ਹੋ ਸਕਦੀ ਕਿਉਂਕਿ ਦੈਟਸ ਯੂਰੋਪੀਅਨ ਲਾਅ, ਦੈਟਸ ਨੋਟ UK ਲਾਅ। ਉਹ UK ਦਾ ਲਾਅ ਨਹੀਂ ਹੈਗਾ, ਉਹ ਯੂਰੋਪੀਅਨ ਦੇ ਅੰਦਰ ਤੁਹਾਨੂੰ ਸਟੇ ਮਿਲੀ ਇੱਥੇ। Am I right? I hope I'm not jumping the gun. ਕਿਉਂਕਿ ਤੁਸੀਂ ਕਿਹਾ ਇਹ ਯੂਰੋਪੀਅਨ ਦਾ ਲਾਅ ਹੈਗਾ ਤੇ December 31st ਨੂੰ ਕੀ ਹੋਏਗਾ ਇਹਦੇ ਬਾਰੇ? That law will no more be। ਜਿਹਨਾਂ ਨੂੰ ਸਟੇ ਮਿਲ ਗਈ ਹੈਗੀ ਆਲਰੇਡੀ ਉਹ ਉਦਾਂ ਹੀ ਕੰਟੀਨਿਊ ਰੱਖਣਗੇ ਆਪਣੇ ਵੀਜ਼ੇ। ਅੱਛਾ। ਜਿਹਨਾਂ ਨੂੰ ਸਟੇ ਮਿਲੀ ਹੈਗੀ ਆ ਉਹ ਮੋਰੇ ਚੱਲੀ ਜਾਣਗੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। as long as ਤੁਸੀਂ 31 December 2020 ਤੋਂ ਪਹਿਲੇ ਤੁਸੀਂ ਆਪਣਾ ਤੁਹਾਡੇ ਕੋਲ ਸਟੇ ਆਈ ਹੋਈ ਆ, ਉਹ that would continue। ਉਹਨਾਂ ਨੇ ਇਹ ਨਹੀਂ ਹੈ ਤੁਹਾਨੂੰ ਕਿਹਾ ਹੈਗਾ ਵੀ ਤੁਹਾਨੂੰ ਅਸੀਂ ਵਾਪਸ ਲੈ ਲੈਣ ਤੇ ਤੁਹਾਨੂੰ ਕੈਂਸਲ ਕਰ ਦੇਣਾ ਤੁਹਾਡਾ ਵੀਜ਼ਾ। that would continue anyway। ਬੜਾ ਅੱਛੇ ਸਵਾਲ ਹੈ ਜੋ ਲੋਕਾਂ ਨੇ ਪੁੱਛੇ ਨੇ, ਪਲੀਜ਼ ਤੁਸੀਂ ਕਾਲ ਕਰਕੇ ਵਕੀਲ ਸਾਹਿਬ ਨਾਲ ਗੱਲ ਕਰੋ। ਮੈਂ ਤੁਹਾਡੇ ਬਿਹਾਫ ਤੇ ਉਹਨਾਂ ਨੂੰ ਪੁੱਛ ਰਿਹਾ, ਥੋੜੇ ਕੈਜੂਅਲ ਤੁਹਾਨੂੰ ਆਨਸਰ ਦੇ ਰਹੇ ਨੇ, ਲੇਕਿਨ 1 to 1 ਕਾਫੀ ਗੱਲਾਂ ਕਰਨ ਵਾਲੇ ਹੁੰਦੀਆਂ, ਪਰਸਨਲ ਹੁੰਦੀਆਂ ਜੋ ਇਹ ਤੇ ਨਹੀਂ ਡਿਸਕਸ ਹੋ ਸਕਦੀਆਂ। ਕਾਲ ਕਰੋ 0121 551 1001 ਦੇ ਉੱਪਰ। ਇਕਬਾਲਦੀਪ ਜੀ, ਦੂਜਾ ਹੈਗਾ ਕਿ ਬੰਦੇ ਪਾਸ ਬੇਟਾ, ਉਹਦੇ ਪਾਸ ਬ੍ਰਿਟਿਸ਼ ਪਾਸਪੋਰਟ ਹੈਗਾ ਤੇ ਫਾਦਰ ਨੂੰ ਹੈਗੀ ਗੋਟ ਟੂ ਰਿਮੇਨ 2 ਸਾਲ ਦਾ 2.5 years ਦਾ, ਬੈਗ ਯੂਰ ਪਾਰਡਨ, 2.5 ਸਾਲ ਦਾ ਵੀਜ਼ਾ। ਤੇ ਮਦਰ ਕਹਿੰਦੀ ਕੈਨ ਅਪਲਾਈ ਐਜ਼ ਅ ਫੀ ਵੇਵਰ ਕਿ ਬਗੈਰ ਫੀਸ ਦੇਣ ਤੋਂ ਉਹਨਾਂ ਨੂੰ ਮਿਲ ਸਕਦਾ ਕੁਝ? ਹਾਂਜੀ, ਫੀ ਵੇਵਰ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਐਪਲੀਕੇਸ਼ਨ ਕਰਨਾ ਚਾਹੁੰਦੇ ਹੈਗੇ ਇੱਥੇ ਅੰਡਰ ਹਿਊਮਨ ਰਾਈਟਸ ਗਰਾਊਂਡਸ ਔਰ ਐਨੀ ਅਦਰ ਪ੍ਰਾਈਵੇਟ ਲਾਈਫ ਗਰਾਊਂਡਸ, ਜੇ ਤੁਸੀਂ ਕਰਨਾ ਚਾਹੁੰਦੇ ਹੈਗੇ ਵੀ ਤੁਹਾਨੂੰ ਉਹਦੀ ਫੀਸ ਪੇ ਕਰਨੀ ਪੈਂਦੀ ਹੈਗੀ ਹੈ, ਹੋਮ ਆਫਿਸ ਦੀ ਐਪਲੀਕੇਸ਼ਨ ਫੀਸ ਜਿਹੜੀ ਹੁੰਦੀ ਹੈ। ਪਰ ਉਹਨਾਂ ਨੇ ਇੱਕ ਕੰਡੀਸ਼ਨ ਰੱਖੀ ਹੋਈ ਹੈਗੀ ਵੀ ਇਫ ਯੂ ਆਰ ਅਪਲਾਈਂਗ ਅੰਡਰ ਹਿਊਮਨ ਰਾਈਟਸ ਗਰਾਊਂਡਸ ਤੇ ਤੁਸੀਂ ਤੁਹਾਡੇ ਕੋਲ ਪੈਸੇ ਪੇ ਕਰਨੇ ਨੂੰ ਨਹੀਂ ਹੈਗੇ, ਤੁਹਾਡੇ ਕੋਲ ਤੁਹਾਡੀ ਫਾਈਨੈਂਸ਼ੀਅਲ ਸਰਕਮਸਟੈਂਸਸ ਤੁਹਾਡੇ ਬੜੇ ਡਿਟੀਰੀਏਟ ਆ ਵੀ ਤੁਸੀਂ ਪੇ ਨਹੀਂ ਕਰ ਸਕਦੇ ਹੈਗੇ, ਤੇ ਉਹਨਾਂ ਨੇ ਇੱਕ ਫੀ ਵੇਵਰ ਇੱਕ ਪਾਲਿਸੀ ਰੱਖੀ ਹੈ ਜਿਹਦੇ ਵਿੱਚ ਤੁਸੀਂ ਹਿਊਮਨ ਰਾਈਟਸ ਜਿਹੜੀ ਐਪਲੀਕੇਸ਼ਨ ਦੀ ਜਿਹੜੀ ਹੋਮ ਆਫਿਸ ਦੀ ਫੀਸ ਆ ਉਹਨੂੰ ਤੁਸੀਂ ਮਾਫ ਕਰਾ ਸਕਦੇ ਹੈਗੇ ਆ। ਇਹ ਜਿਹੜੇ ਸਰਕਮਸਟੈਂਸਸ ਚੱਲਦੇ ਪਏ ਹੈਗੇ ਹੁਣ,
ਇਹਦੇ ਵਿੱਚ ਉਦਾਂ ਤੇ ਨਾਰਮਲੀ ਉਹਦਾ ਕ੍ਰਾਈਟੇਰੀਆ ਬੜਾ ਸਟ੍ਰਿਕਟ ਹੈਗਾ, ਉਹ ਪੁੱਛਦੇ ਹੈਗੇ ਤੁਹਾਨੂੰ ਵੀ ਤੁਹਾਨੂੰ ਕੌਣ ਸਪੋਰਟ ਕਰਦਾ, ਤੁਹਾਡੇ ਕੋਲ ਡਿਫਰੈਂਟ ਡਾਕੂਮੈਂਟੇਸ਼ਨ ਉਹ ਤੁਹਾਡੇ ਕੋਲ ਮੰਗਦੇ ਮੈਂ ਹੈਗੇ ਆ। ਤੁਹਾਨੂੰ ਇਹੀ ਪੁੱਛਣਾ ਸੀਗਾ, I'm glad ਜੋ ਤੁਸੀਂ ਮੈਂਸ਼ਨ, ਹਾਂਜੀ ਦੱਸੋ। ਹਾਂਜੀ ਹਾਂਜੀ, ਉਹ ਡਿਫਰੈਂਟ ਸਿਨਾਰੀਓਜ਼ ਉਹਦੇ ਹੈਗੇ ਆ ਵੀ ਜੇ ਪੈਂਡੇਮਿਕ ਕਰਕੇ ਤੁਹਾਡੇ ਕੋਲ ਤੁਸੀਂ ਤੁਹਾਡੀ ਫਾਈਨੈਂਸ਼ੀਅਲ ਸਰਕਮਸਟੈਂਸ ਜਿਹੜੇ ਹੈਗੇ ਜਿਹੜੇ ਕਿ ਤੁਹਾਨੂੰ ਸਪੋਰਟ ਕਰਦੇ ਸੀਗੇ ਬੰਦੇ, ਜਦੋਂ ਕਿ ਕਿਉਂਕਿ ਦੇਖੋ ਏਦਾਂ ਵੀ ਐਪਲੀਕੈਂਟ ਜਿਹੜਾ ਹੈਗਾ ਕਾਫੀ ਦੇਰ ਤੋਂ ਉੱਥੇ ਰਹਿੰਦਾ ਪਿਆ ਹੈਗਾ ਹਨਾ, ਉਹ ਆਪਣਾ ਸਾਰਾ ਖਾਣਾ ਪੀਣਾ ਕਰਦਾ ਹੈ। ਹੁਣ ਐਸੀ ਕਿਹੜੀ ਹਾਲਾਤ ਚੇਂਜ ਹੋ ਗਏ ਵੀ ਉਹ ਹੋਮ ਆਫਿਸ ਫੀਸ ਨਹੀਂ ਪੇ ਕਰ ਸਕਦੇ, ਉਹਨਾਂ ਨੇ ਪੈਂਡੇਮਿਕ ਦੇ ਕਰਕੇ ਉਹਨਾਂ ਨੇ ਇਹ ਰੱਖੀ ਹੈਗੀ ਵੀ ਜੇ ਤੁਹਾਨੂੰ ਕੋਈ ਸਪੋਰਟ ਕਰਦਾ ਸੀਗਾ ਜਾਂ ਤੁਹਾਡੇ ਫਾਈਨੈਂਸ਼ੀਅਲ ਸਰਕਮਸਟੈਂਸ ਵਾਟ ਐਵਰ ਦ ਰੀਜ਼ਨ ਇਜ਼, ਤੁਹਾਡੇ ਕੋਲ ਫੰਡਿੰਗ ਨਹੀਂ ਹੈਗੀ, ਜੇ ਤੁਹਾਡੇ ਕੋਲ ਮਨੀ ਨਹੀਂ ਹੈਗੀ ਹੋਮ ਆਫਿਸ ਫੀਸ ਪੇ ਕਰਨ ਨੂੰ, ਦਿਸ ਇਜ਼ ਦ ਰਾਈਟ ਟਾਈਮ। ਇਹ ਬੜਾ ਵਧੀਆ ਰਾਈਟ ਟਾਈਮ ਆ। ਉਹਦਾ ਫੀ ਵੇਵਰ ਦੀ ਐਪਲੀਕੇਸ਼ਨ ਕਿਤੇ ਜਲਦੀ ਮਨਜ਼ੂਰ ਨਹੀਂ ਕਰਦੇ ਹੈਗੇ ਉਹ, ਪਰ ਇਹ ਰਾਈਟ ਟਾਈਮ ਆ, ਇਹ ਕਰ ਸਕਦੇ ਹੈਗੇ। ਇਹਦੇ ਵਿੱਚ ਉਹਨਾਂ ਕੋਲ ਚਾਂਸ ਹੈਗਾ ਤੇ ਤੁਸੀਂ ਪਰ ਫੀ ਵੇਵਰ ਵਾਸਤੇ ਤੁਸੀਂ ਅਪਲਾਈ ਕਰਕੇ ਤੇ ਤੁਸੀਂ ਆਪਣੀ ਹਿਊਮਨ ਰਾਈਟਸ ਦੀ ਐਪਲੀਕੇਸ਼ਨ ਨਾਲ ਅਪਲਾਈ ਕਰ ਸਕਦੇ ਹੋ। ਇੱਕ ਬਾਤ ਦੀਪ ਜੀ, ਤੁਸੀਂ ਇੰਨੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ, ਜਿਹੜਾ ਮੇਰਾ ਸਵਾਲ ਤੁਹਾਨੂੰ ਪੁੱਛਣਾ ਸੀ ਨਾ, ਤੁਸੀਂ ਉਹਦਾ ਮੈਨੂੰ ਜਵਾਬ ਇਹਦੇ ਵਿੱਚ ਮੈਨੂੰ ਦੇ ਦਿੱਤਾ ਹੈਗਾ। ਬੜਾ ਅੱਛਾ ਆਨਸਰ ਦਿੱਤਾ ਤੁਸੀਂ, ਕਿਉਂਕਿ ਮੈਂ ਦੱਸ ਦਵਾਂ ਮੇਰਾ ਸਵਾਲ ਕੀ ਸੀਗਾ। ਕਿਉਂਕਿ ਜਦੋਂ ਫਾਦਰ ਨੂੰ ਮਿਲੀ ਹੈ 2.5 ਸਾਲ ਦੀ 2.5 years ਦੀ, ਬੇਟੇ ਦੀ ਇਨਕਮ ਦੀ ਸਪੋਰਟ ਦੇ ਉੱਪਰ ਮਿਲੀ ਕਿ ਇੰਨਾ ਉਹਦੇ ਪਾਸ ਹੈਗਾ, ਉਹਨੂੰ ਲੁੱਕ ਆਫਟਰ ਕਰ ਸਕਦਾ ਹੈ, ਪਬਲਿਕ ਫੰਡਿੰਗ ਉੱਪਰ ਨਹੀਂ ਜਾਏਗਾ, ਉਹਦੇ ਬੇਸ ਉੱਪਰ ਕੀਤਾ। ਹੁਣ ਅਗਰ ਤੁਸੀਂ ਮਾਂ ਦਾ ਕਲੇਮ ਕਰਦੇ ਹੋ ਕਿ ਮੇਰੇ ਪਾਸ ਪੈਸੇ ਨਹੀਂ ਹੈ, ਤਾਂ ਉਹ ਤੇ ਤੁਸੀਂ ਆਪਣੀ ਸਟੇਟਮੈਂਟ ਕੰਟਰਡਿਕਟ ਕਰਦੇ ਹੋ ਕਿ ਪਹਿਲਾਂ ਤੁਸੀਂ ਕੀਤਾ ਮੇਰੇ ਪਾਸ ਰਾਸ਼ਨ ਹੈਗਾ, ਫੰਡਿੰਗ ਹੈਗੀ ਹੈ, ਮੈਂ ਦੱਸ ਸਕਦਾ। ਹੁਣ ਤੁਸੀਂ ਕਹਿੰਦੇ ਕਿ ਮੈਂ ਮਾਂ ਦੀ ਜਗ੍ਹਾ ਤੇ ਨਹੀਂ ਦੇ ਸਕਦਾ, ਪਰ ਦੈਟ ਕੈਨ ਗੋ ਅਗੇਂਸਟ ਯੂ। ਪਰ ਨਾਓ ਜਿਹੜੀ ਇਹ ਕੰਡੀਸ਼ਨ ਚੱਲ ਰਹੀ ਹੈ, ਹਾਲਾਤ ਚੱਲ ਰਹੇ ਨੇ ਕਰੋਨਾ ਵਾਇਰਸ ਦੇ, ਤੇ ਉਹ ਚੀਜ਼ ਨੂੰ ਕਾਫੀ ਸਟਰੋਂਗ ਹੋ ਜਾਂਦੀ ਹੈ ਕਿ ਉਹ ਮੱਦੇ ਨਜ਼ਰ ਰੱਖ ਸਕਦੇ ਕਿ ਸਹੀ ਗੱਲ ਆ, ਵਿਚਾਰਾ ਉਹ ਤਕਲੀਫ ਚ ਆਇਆ ਫਾਈਨੈਂਸ਼ੀਅਲੀ। ਇਹ ਸਾਰਾ ਜਿਹੜੀ ਕਰੋਨਾ ਵਾਇਰਸ ਜਿਹੜੀ ਪੈਂਡੇਮਿਕ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਚੱਲਦੀ ਹੈਗੀ, ਉਹਦੇ ਵਿੱਚ ਸਭ ਤੋਂ ਵੱਡਾ ਇਫੈਕਟ ਕੀ ਹੋਇਆ, ਲੋਕਾਂ ਦੀ ਇਨਕਮ ਬੰਦ ਹੋਈ ਆ, ਲੋਕਾਂ ਦਾ ਕੰਮ ਬੰਦ ਹੋਏ ਹੈਗੇ, ਜੌਬ ਚਲੀਆਂ ਗਈਆਂ ਹੈਗੀਆਂ। ਇਹ ਚੀਜ਼ਾਂ ਕਰਕੇ ਉਹਨਾਂ ਦਾ ਜਿਹੜਾ ਕਲੇਮ ਹੈਗਾ ਵੀ ਸਾਡੇ ਕੋਲ ਫੰਡਿੰਗ ਨਹੀਂ ਹੈਗੀ, ਹੁਣ ਉਹ ਸਟਰੋਂਗ ਕਰਦਾ ਆ। ਬਹੁਤ ਅੱਛੇ ਟਾਈਮ ਵਾਲਾ ਥੋੜਾ ਰਹਿੰਦਾ। ਮੇਰੇ ਕੋਲ ਸਵਾਲ ਪੁੱਛ ਲਵਾਂ, ਮੈਂ ਸ਼ੁਰੂਆਤ ਕਹਿ ਕੇ ਹਟਿਆ, ਦੇਖੋ ਜੋ ਲਾਕਡਾਊਨ ਹੋਇਆ, ਬਿਮਾਰੀ ਹੈਗੀ ਹੈ, ਬੜੀ ਭਿਆਨਕ ਹੈ, ਬੜੀ ਖਰਾਬ ਹੈ, ਹਰ ਦੁਨੀਆ ਨੂੰ ਇਫੈਕਟ ਕੀਤੀ ਹੈ, ਲੇਕਿਨ ਉਹਦੇ ਫਾਇਦੇ ਵੀ ਕੁਝ ਹੈਗੇ ਨੇ ਕਿ ਲਾਕਡਾਊਨ ਹੋਇਆ, ਬਿਮਾਰੀ ਹੈਗੀ, ਤੁਸੀਂ ਇੱਦਾਂ ਦੇ ਕੰਮਾਂ ਦੇ ਵਿੱਚ ਗਵਰਨਮੈਂਟ ਕਾਫੀ ਸਿੰਪਥੈਟਿਕ ਹੈਗੀ ਹੈ, ਕਾਫੀ ਹੈਲਪਫੁਲ ਹੈਗੀ ਹੈ, ਤੇ ਜੋ ਵੀ ਤੁਸੀਂ ਤਕਲੀਫ 'ਚ ਹੈਗੇ ਹੋ ਤੁਸੀਂ ਇਹਦਾ ਫਾਇਦਾ ਉਠਾ ਸਕਦੇ ਹੋ, ਜੋ ਇਕਬਾਲਦੀਪ ਜੀ ਨੇ ਤੁਹਾਨੂੰ ਸਮਝਾਇਆ। ਇੱਕ ਕੁਐਸਚਨ ਹੋ ਗਿਆ, ਉਹ ਕਹਿੰਦਾ ਜੀ ਮੈਂ ਜੌਬਲੈਸ ਹੈਗਾ ਫॉर 1 week, ਮੇਬੀ ਬਿਟ ਲੌਂਗਰ ਬਿਕਾਜ਼ ਆਫ ਕਰੋਨਾ ਵਾਇਰਸ ਕਰਕੇ, and EU national ਹੈਗਾ, can I sponsor my non-EU national wife? ਜੇ ਉਹ ਬੰਦਾ ਜਿਹੜਾ ਹੈਗਾ ਵੀ ਪਿਛਲੇ all around ਕੰਮ ਕਰਦਾ ਰਿਹਾ ਹੈ ਤੇ ਉਹ ਕੋਲ ਸਾਰੀਆਂ ਪੇ ਸਲਿਪਸ ਆਪਣੇ ਹੈਗੇ ਆ, ਪ੍ਰੂਫ ਹੈਗਾ ਕੰਮ ਦਾ ਵੀ ਵੀ ਵਰਕਿੰਗ ਫॉर whatever time, ਪਰ ਕੋਵਿਡ-19 ਕਰਕੇ ਜੋ ਜੌਬ ਪਈ ਹੈਗੀ ਆ, ਉਹਨੇ ਰੀਸੈਂਟਲੀ ਗਈ ਹੈਗੀ ਆ, ਤੇ ਮੇਰੀ ਐਡਵਾਈਸ ਉਸ ਭਾਜੀ ਨੂੰ ਇਹ ਆ, ਭਾਈ ਸਾਹਿਬ ਨੂੰ ਇਹ ਆ ਵੀ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਆਪਣੀ ਅਪਲਾਈ ਕਰ ਲਓ, ਕਿਉਂਕਿ ਜਦੋਂ ਤੁਸੀਂ ਡਾਕੂਮੈਂਟੇਸ਼ਨ ਦੇਣੀ ਹੈਗੀ ਹੈ ਫਿਰ ਤੁਹਾਨੂੰ ਇਸ ਮਹੀਨੇ ਦੀ ਪੇ ਸਲਿਪ ਦੀ ਲੋੜ ਨਹੀਂ ਪਊਗੀ, ਕਿਉਂਕਿ ਤੁਸੀਂ ਇਮੀਡੀਏਟਲੀ ਅਪਲਾਈ ਕਰ ਦਿੱਤਾ ਹੈਗਾ। ਤੁਸੀਂ ਆਪਣੀ ਜਿਹੜੀਆਂ ਪੁਰਾਣੀਆਂ ਪੇ ਸਲਿਪਾਂ ਹੈਗੀਆਂ ਤੁਸੀਂ ਉਹਦੇ ਉੱਤੇ ਤੁਸੀਂ ਕੰਟੀਨਿਊ ਰੱਖ ਸਕਦੇ ਹੈਗੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਜੇ ਤੁਹਾਡੀ ਮੇਰੀ ਐਡਵਾਈਸ ਇਹ ਹੈ ਵੀ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਅਪਲਾਈ ਕਰੋ, ਜਿੱਥੇ ਵੀ ਤੁਹਾਡੀ ਨੈਸ਼ਨੈਲਿਟੀ ਹੈਗੀ, ਜਿਹੜੀ ਵੀ ਕੰਟਰੀ 'ਚ ਤੁਹਾਡੀ ਵਾਈਫ ਹੈਗੀ ਜਾਂ ਜਿਹਨੂੰ ਵੀ ਤੁਸੀਂ ਸਪੌਂਸਰ ਕਰਨਾ ਚਾਹੁੰਦੇ ਹੋ, ਇਮੀਡੀਏਟਲੀ ਅਪਲਾਈ ਕਰਕੇ ਤੁਸੀਂ ਉਹਨਾਂ ਨੂੰ ਆਪਣਾ ਇੱਥੇ ਇੱਕ ਵਾਰੀ ਆਪਣਾ ਪੈਰ ਫਸਾ ਲਓ ਇੱਕ ਵਾਰੀ, ਤੇ ਫਿਰ ਮੁੜ ਕੇ ਤੁਹਾਨੂੰ ਇਹ ਹੈ ਵੀ ਜੋ ਤੁਹਾਡਾ ਮਾਰਚ ਤੋਂ ਪਹਿਲੇ ਜਾਂ ਅਪ੍ਰੈਲ ਤੋਂ ਪਹਿਲੇ ਤੁਹਾਨੂੰ ਪੇ ਸਲਿੱਪਾਂ ਦੇਣ ਦੀ ਲੋੜ ਪੈਣੀ ਹੈਗੀ, ਕਿਉਂਕਿ ਉਹਨਾਂ ਨੇ ਪਿਛਲੇ 6 ਮਹੀਨੇ ਪੇ ਸਲਿੱਪਾਂ ਲੈਣੀਆਂ ਹੈਗੀਆਂ, ਤੇ ਤੁਹਾਨੂੰ ਇਹ ਅਵੋਇਡ ਕਰੂਗਾ, ਤੁਹਾਨੂੰ ਅਪ੍ਰੈਲ ਦੇ ਤੁਹਾਨੂੰ ਦੇਣ ਦੀ ਲੋੜ ਨਹੀਂ, ਤੁਹਾਨੂੰ ਮਾਰਚ ਤੱਕ ਦੇ ਕੇ ਤੁਹਾਡਾ ਸਹੀ ਹੋ ਸਕਦਾ ਸਾਰਾ ਕੁਝ। ਇਕਬਾਲਦੀਪ ਜੀ ਓਨਲੀ 2 ਮਿੰਟ ਰਹਿੰਦੇ, ਬੜੇ ਸਵਾਲ ਸੀਗੇ ਲੇਕਿਨ ਕਾਫੀ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ। ਪਲੀਜ਼ ਕਾਲ ਕਰੋ 0121551001। ਸ਼ੋਅ ਤੋਂ ਬਗੈਰ ਵੀ ਤੁਸੀਂ ਕਾਲ ਕਰ ਸਕਦੇ ਹੋ, ਰਾਤ ਨੂੰ 9-10 ਵਜੇ ਤੱਕ ਸਾਡੀ ਕਾਲ ਸੈਂਟਰ ਟੀਮ ਬੈਠੀ ਹੈ, तो ਤੁਹਾਨੂੰ ਵਕੀਲ ਸਾਹਿਬ ਜ਼ਰੂਰ ਜਵਾਬ ਦੇਣਗੇ। ਨੁਕਸਾਨ ਵੀ ਹੋ ਰਿਹਾ, ਫਾਇਦਾ ਵੀ ਹੋ ਰਿਹਾ, ਟਾਈਮ ਰਾਈਟ ਟਾਈਮ ਹੈ ਟੂ ਅਪਲਾਈ ਕਰਨ ਨੂੰ। ਇੱਕ ਹੋਰ ਗੱਲ ਹੈਗੀ ਹੈ, ਕਰੋਨਾ ਵਾਇਰਸ ਦੇ ਨਾਲ ਮਿਲੀਅਨਸ ਟੂ ਕਲੇਮ UK ਫॉर ਲੌਂਗ ਸਕੀਮ, ਉਹਦਾ ਐਕਸਪਲੇਨ ਕਰੋ ਕੀ ਹੈਗਾ ਉਹ। ਜਿਹੜੀ ਫਰਲੋ ਸਕੀਮ ਜਿਹੜੀ ਹੈਗੀ ਆ ਉਹ ਬੇਸਿਕਲੀ ਕੀ ਹੈਗੀ ਆ, ਪਰ ਇਸ ਸਵਾਲ ਤੇ ਮੈਂ ਪਹਿਲੇ ਸਵਾਲ ਤੇ ਜਾਂਦਾ ਆਪਣਾ, ਜਿਹਨਾਂ ਨੂੰ ਐਪਲੀਕੇਸ਼ਨ ਕਰਨੀ ਹੈਗੀ ਬੈਨੀਫਿਟ, ਜਿਹੜੇ ਕਹਿੰਦੇ ਵੀ ਅਸੀਂ ਬੈਨੀਫਿਟ ਕਲੇਮ ਕਰਨੇ, ਅਸੀਂ ਐਪਲੀਕੇਸ਼ਨ ਹੋਮ ਆਫਿਸ ਨੂੰ ਕਰਨੀ ਹੈਗੀ। ਮੇਰੀ ਐਡਵਾਈਸ ਉਹਨਾਂ ਨੂੰ ਇਹ ਹੈ ਵੀ ਜੇ ਤੁਸੀਂ ਫਰਲੋ EMPLOYE ਹੋ, ਫਰਲੋ EMPLOYE ਤੋਂ ਮਤਲਬ ਇਹ ਹੈ ਵੀ ਤੁਸੀਂ ਫॉर ਐਗਜ਼ਾਮਪਲ ਤੁਸੀਂ ਕੋਈ ਪ੍ਰਾਈਵੇਟ ਕੰਪਨੀ ਵਾਸਤੇ ਕੰਮ ਕਰਦੇ ਹੋ, ਟੇਕ ਇਟ ਜੌਨ ਲੂਇਸ, ਟੇਕ ਇਟ ਪ੍ਰਾਈਮਾਰਕ, ਟੇਕ ਇਟ whatever company, restaurant, take it Wagamama, take it
ਕੋਈ ਵੀ ਤੁਸੀਂ ਜਿਹੜੇ ਚੇਂਜ ਜਿਹੜੀਆਂ ਹੈਗੀਆਂ ਤੁਸੀਂ ਉਹਦੇ ਕਰਕੇ ਕੰਮ ਕਰਦੇ ਤਾਂ ਤੁਹਾਨੂੰ ਕਰੋਨਾ ਵਾਇਰਸ ਕਰਕੇ ਤੁਹਾਨੂੰ ਉਹਨਾਂ ਨੇ ਸਟਾਪ ਕਰ ਦਿੱਤਾ ਹੈਗਾ। ਤੁਸੀਂ ਫਰਲੋ EMPLOYEE ਐਜ਼ ਤੁਹਾਨੂੰ ਲੇ ਆਫ ਲੈਟਰ ਜੇ ਤੁਹਾਨੂੰ ਮਿਲ ਜਾਂਦੀ ਹੈਗੀ ਹੈ ਲੈਟਰ, ਤੇ ਤੁਸੀਂ ਐਜ਼ ਬਿਫੋਰ ਅਪਲਾਈਂਗ ਫॉर ਬੈਨੀਫਿਟਸ ਬਿਫੋਰ ਤੁਸੀਂ ਆਪਣੇ EMPLOYER ਕੋਲ ਜਾ ਕੇ ਤੁਸੀਂ ਜੌਬ ਕਰੋਨਾ ਵਾਇਰਸ ਜੌਬ ਰਿਟੈਂਸ਼ਨ ਸਕੀਮ ਇਹਨਾਂ ਨੇ ਗਵਰਨਮੈਂਟ ਨੇ ਕੱਢੀ ਹੈਗੀ ਹੈ, ਜਿਹਨੂੰ ਵੀ 80% ਗ੍ਰਾਂਟ ਮਿਲਦੀ ਹੈਗੀ ਆ। ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਆਫ ਯੂ ਸੈਲਰੀ ਅਸੀਂ ਤੁਹਾਨੂੰ 80% ਤੇ ਜਾਂ 2500 whichever is higher ਤੁਹਾਨੂੰ ਅਸੀਂ whichever is lower ਤੁਹਾਨੂੰ ਅਸੀਂ ਉਹ ਦੇਵਾਂਗੇ। ਵੈਰੀ ਠੀਕ ਹੈ ਗੁੱਡ, ਠੀਕ ਹੈ, ਤੇ ਹਾਂਜੀ। ਉਹ ਤੁਹਾਨੂੰ ਬੈਨੀਫਿਟ ਕਲੇਮ ਕਰਨ ਤੋਂ ਪਹਿਲੇ ਆਪਣੇ EMPLOYER ਨਾਲ ਗੱਲ ਕਰੋ। ਜੇ ਤੁਸੀਂ ਫਰਲੋ ਸਕੀਮ ਦੇ ਵਿੱਚ ਆਉਂਦੇ ਹੋ, ਰਾਦਰ ਦੈਨ ਅਪਲਾਈਂਗ ਫॉर ਚੇਂਜ ਆਫ ਯੋਰ ਕੰਡੀਸ਼ਨ ਟੂ ਕਲੇਮ ਦ ਬੈਨੀਫਿਟ, ਤੁਸੀਂ ਪਹਿਲੇ ਆਪਣੇ EMPLOYER ਨਾਲ ਗੱਲ ਕਰਕੇ ਤੁਸੀਂ ਇਹ ਦੇਖੋ ਕਿ ਤੁਸੀਂ ਕਰੋਨਾ ਵਾਇਰਸ ਜੌਬ ਰਿਟੈਂਸ਼ਨ ਸਕੀਮ ਦੇ ਅੰਦਰ ਆਉਂਦੇ ਆ, ਤੇ ਜੇ ਤੁਸੀਂ ਨਹੀਂ ਆਉਂਦੇ ਹੈਗੇ ਤੇ ਫਿਰ ਤੁਸੀਂ ਬੈਨੀਫਿਟਸ ਵੱਲ ਜਾਓ, ਰਸ਼ ਨਾ ਕਰੋ। ਮੇਰੀ ਸਲਾਹ ਇਹ ਹੈ। ਇਕਬਾਲ ਜੀ ਥੈਂਕ ਯੂ। 30 ਸੈਕਿੰਡ ਰਹਿੰਦੇ, ਮੈਂ ਮਾਫੀ ਚਾਹਾਂਗਾ। ਮੈਂ ਫਿਰ ਆਖਰ ਦੇ ਵਿੱਚ ਤੁਹਾਡਾ ਸ਼ੁਕਰਾਨਾ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਹਾਲਾਤਾਂ ਦੇ ਵਿੱਚ ਜੋ ਅਸੀਂ ਹੈਗੇ ਆ ਲੋਕਡਾਊਨ ਦੇ ਵਿੱਚ ਫਿਰ ਵੀ ਅਸੀਂ ਸ਼ੋਅ ਕਰਦੇ ਹੈਗੇ ਆ। ਬੜੇ ਅੱਛੇ ਸਵਾਲ ਪੁੱਛੇ, ਬਹੁਤ ਇੰਟਰਸਟਿੰਗ ਸਵਾਲ ਸੀ ਜੋ ਲੋਕਾਂ ਨੇ ਪੁੱਛੇ ਹੈਗੇ ਆ। ਇਕਬਾਲਦੀਪ ਜੀ ਨੇ ਬੜੀ ਕਲੀਅਰ ਤਰੀਕੇ ਨਾਲ ਤੁਹਾਨੂੰ ਸਮਝਾਇਆ। ਬਾਰ-ਬਾਰ ਫਿਰ ਕਹਾਂਗਾ ਪਲੀਜ਼ ਇਹ ਤੁਹਾਨੂੰ ਟਾਕ ਕਰਨਾ ਪਏਗਾ ਡਾਇਰੈਕਟਲੀ ਔਨ ਦਾ ਫੋਨ ਆਪਣਾ ਸਮਝਾ ਕੇ। ਨੈਕਸਟ ਵੀਕ ਫਿਰ ਤੋਂ ਮੁਲਾਕਾਤ ਕਰੀ ਸੇਮ ਟਾਈਮ। ਇਕਬਾਲਦੀਪ ਜੀ ਆਪਾਂ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।